सतगुरु ते प्रसाद सत होए। वाहिगुरु जी की फतेह बिघन बिनासन सोए। वाहिगुरु जी की फतेह बिघन बिनासन सोए। सतनाम श्री वाहिगुरु साहिब जी। जिम को सर्प गह्यो नह जाई, नकुल अचानक ले तिस काई। कहत भयो मैं बनौ सहाय, लेहो मम दिश ते अब सिर पाए। जिम को सर्प गह्यो नह जाई। वाहिगुरु जी का खालसा वाहिगुरु जी की फतेह। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਗੋਦ ਦੇ ਵਿੱਚ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਤਿਕਾਰਯੋਗ ਸਾਜੀ ਨਿਵਾਜੀ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮਿਹਰਮਤ ਹੋਈ ਹੈ। ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੇ ਅਸਥਾਨਾਂ 'ਤੇ ਨਤਮਸਤਕ ਹੋ ਕਰਕੇ ਦਰਸ਼ਨ ਇਸ਼ਨਾਨ ਦੀਆਂ ਦਾਤਾਂ ਪ੍ਰਾਪਤ ਕਰਕੇ ਆਪ ਜੀ ਆਪਣੇ ਅਮੋਲਕ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ। ਇਸ ਦੇ ਨਾਲ ਹੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਨਿਵਾਜੇ ਪਾਵਨ ਪਵਿੱਤਰ ਮੁਕੱਦਸ ਅਸਥਾਨਾਂ ਵਿਖੇ ਦਿਨ ਦੇ ਚੌਥੇ ਪਹਿਰ ਸੱਜੇ ਹੋਏ ਦੀਵਾਨ ਦੇ ਵਿੱਚ ਪ੍ਰੇਮ ਨਾਲ ਭਿੱਜ ਕੇ ਗੁਰਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੋ। ਹੁਣ ਸਮਾਂ ਹੈ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ, ਜੋ ਰੋਜ਼ਾਨਾ ਹੀ ਆਪ ਜੀ ਨੇਮ ਤੇ ਪ੍ਰੇਮ ਦੇ ਨਾਲ ਦੇਸ਼ ਵਿਦੇਸ਼ ਵਿੱਚੋਂ ਸੁਰਤ ਟਿਕਾ ਕੇ ਗੁਰੂ ਚਰਨਾਂ ਦੇ ਵਿੱਚ ਸੁਰਤ ਟਿਕਾ ਕੇ ਸਾਰੇ ਹੀ ਪ੍ਰੇਮ ਤੇ ਭਾਵਨਾ ਦੇ ਤਹਿਤ ਸਰਵਣ ਕਰਦੇ ਹੋ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਵਿੱਚੋਂ ਲੜੀਵਾਰ ਕਥਾ ਦਾ ਪ੍ਰਸੰਗ ਚੱਲ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਵਿਆਹ ਦੇ ਕਾਰਜ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁੱਖ ਸੁੱਖਾਂ ਨਾਲ, ਖੁਸ਼ੀਆਂ ਖੇੜਿਆਂ ਨਾਲ ਰਾਸ ਹੁੰਦੇ ਨੇ। ਖਬਰਾਂ ਦੇਸ਼ ਵਿਦੇਸ਼ ਵਿੱਚ ਫੈਲਦੀਆਂ ਨੇ। ਗੁਰੂ ਕੇ ਸਿੱਖ ਇਹਨਾਂ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਵੇਖ ਕੇ ਖੁਸ਼ ਹੁੰਦੇ ਹੈ, ਪਰ ਬਾਬਾ ਪ੍ਰਿਥੀ ਚੰਦ ਦੇ ਮਨ ਵਿੱਚ ਈਰਖਾ ਪੈਦਾ ਹੁੰਦੀ। ਉਹਨਾਂ ਨੇ ਚਿੱਠੀ ਲਿਖ ਕੇ ਸੁਲਹੀ ਖਾਨ ਦੇ ਕੋਲ, ਜਿਹੜਾ ਉਸ ਵਕਤ ਮੁਗਲ ਬਾਦਸ਼ਾਹ ਦਾ ਹਾਕਮਾਂ ਦਾ ਅਹਿਲਕਾਰ ਸੀ, ਉਹਦੇ ਕੋਲ ਭੇਜੀ ਕਿ ਉਹ ਅੰਮ੍ਰਿਤਸਰ ਦੀ ਧਰਤੀ 'ਤੇ ਆ ਕੇ ਹਮਲਾ ਕਰੇ। ਇੱਧਰ ਜਿਸ ਢੰਗ ਦੇ ਨਾਲ ਸੁਲਹੀ ਖਾਂ ਬਾਬਾ ਪ੍ਰਿਥੀ ਚੰਦ ਜੀ ਨੂੰ ਚਿੱਠੀ ਦਾ ਉੱਤਰ ਦਿੰਦਾ ਹੈ, ਹਰਕਾਰੇ ਨੇ ਲਿਆ ਕੇ ਸਾਰੀ ਗੱਲਬਾਤ ਦੱਸੀ ਕਿ ਸੁਲਹੀ ਖਾਂ ਤੁਹਾਡੇ ਕਹੇ ਅਨੁਸਾਰ ਬਾਦਸ਼ਾਹ ਨੂੰ ਮਿਲ ਕੇ ਫੌਜ ਲੈ ਕੇ ਜਲਦੀ ਹੀ ਤੁਹਾਡੇ ਕੋਲ ਪਹੁੰਚੇਗਾ, ਤੁਹਾਡੇ ਕਹੇ ਅਨੁਸਾਰ ਕਾਰਜ ਕਰੇ। ਬਾਬਾ ਪ੍ਰਿਥੀ ਚੰਦ ਜੀ ਜਿੱਥੇ ਬੜੇ ਖੁਸ਼ ਹੁੰਦੇ ਨੇ, ਸੰਦੇਸ਼ ਲੈ ਕੇ ਜਾਣ ਵਾਲੇ ਤੇ ਆਉਣ ਵਾਲੇ ਹਰਕਾਰੇ ਨੂੰ ਇਨਾਮ ਦੇ ਕਰਕੇ ਨਿਵਾਜਦੇ ਨੇ। ਇੱਧਰ ਦਿੱਲੀ ਦੀਆਂ ਸੰਗਤਾਂ ਵੱਲੋਂ ਸਤਿਗੁਰਾਂ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਸੀ ਕਿ ਇਸ ਤਰੀਕੇ ਨਾਲ ਸੁਲਹੀ ਖਾਂ ਫੌਜ ਲੈ ਕੇ ਚੜ੍ਹਨ ਦੀਆਂ ਤਿਆਰੀਆਂ ਕਰੀ ਬੈਠਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜਾਣਦੇ ਨੇ ਕਿ ਜਿਹੜਾ ਗੁਰੂ ਘਰ ਚੜ੍ਹ ਕੇ ਆਉਂਦਾ ਹੈ ਉਹਦਾ ਹਸ਼ਰ ਕੀ ਹੁੰਦਾ ਹੈ। ਇਹ ਗੱਲ ਜਾਣ ਕੇ ਸਤਿਗੁਰੂ ਜੀ ਤੇ ਸ਼ਾਂਤ ਨੇ, ਪਰ ਮਸੰਦਾਂ ਦੇ ਮਨ ਵਿੱਚ ਖੌਫ ਪੈਦਾ। ਉਹ ਕਈ ਪ੍ਰਕਾਰ ਨਾਲ ਸਤਿਗੁਰੂ ਪਾਤਸ਼ਾਹ ਨੂੰ ਸਲਾਹਾਂ ਆਦਿਕ ਦਿੰਦੇ ਹਨ। ਇੱਧਰ ਦੂਸਰੇ ਪਾਸੇ ਸੁਲਹੀ ਖਾਂ ਦਿੱਲੀ ਦੀ ਧਰਤੀ 'ਤੇ ਸਮੇਂ ਦੇ ਮੁਗਲ ਬਾਦਸ਼ਾਹ ਦੇ ਕੋਲ ਜਾ ਕੇ ਫਰਿਆਦ ਕਰਕੇ ਦੱਸਦਾ ਹੈ ਕਿ ਮਾਝੇ ਦੇ ਇਲਾਕੇ ਵਿੱਚ, ਪੰਜਾਬ ਦੇ ਵਿੱਚ ਕਰ ਤੇ ਮਾਮਲਾ ਲੈਣ ਦਾ ਜਿਹੜਾ ਇਹ ਪ੍ਰਬੰਧ ਕਰਨ ਵਾਸਤੇ ਮੈਂ ਇਸ ਇਲਾਕੇ ਵਿੱਚ ਜਾਣਾ ਚਾਹੁੰਦਾ ਹਾਂ। ਇਸ ਢੰਗ ਦੇ ਨਾਲ ਕਹਿ ਕਰਕੇ ਉਹ ਆਪਣੀ ਫੌਜ ਦੀ ਤਿਆਰੀ ਕਰਕੇ ਚੱਲਦਾ ਹੈ। ਚੱਲਣ ਲੱਗਿਆਂ
ਕਿ ਮੇਰੇ ਪਿੱਠ ਪਿੱਛੇ ਕਿਸੇ ਤਰੀਕੇ ਨਾਲ ਬਾਦਸ਼ਾਹ ਨੂੰ ਮੇਰੀ ਅਸਲੀਅਤ ਨਾ ਦੱਸ ਦਵੇ ਕੋਈ ਕਿ ਮੈਂ ਪ੍ਰਿਥੀ ਚੰਦ ਦੇ ਕਹਿਣ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਵਾਸਤੇ ਜਾਂ ਉਹਨਾਂ ਦਾ ਨੁਕਸਾਨ ਕਰਨ ਵਾਸਤੇ ਚੱਲਿਆ ਹਾਂ। ਇਹ ਗੱਲ ਕਿਤੇ ਬਾਦਸ਼ਾਹ ਤੱਕ ਨਾ ਪਹੁੰਚ ਜਾਵੇ, ਸੱਚ ਮੇਰੇ ਮਨ ਦੀ ਈਰਖਾ ਦਾ ਸੱਚ ਉੱਥੇ ਨਾ ਪਹੁੰਚ ਜਾਵੇ। ਇਸ ਕਰਕੇ ਚੰਦੂ ਪਾਪੀ ਦੇ ਕੋਲ ਜਾ ਕਰਕੇ ਗੱਲਬਾਤ ਕਰਦਾ ਹੈ ਕਿ ਮੈਂ ਤੇਰਾ ਕੰਮ ਕਰਨ ਵਾਸਤੇ ਚੱਲਿਆ ਹਾਂ, ਕਿਉਂਕਿ ਮੈਨੂੰ ਪਤਾ ਲੱਗਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਤੇਰੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਸੀਗਾ। ਇਸ ਕਰਕੇ ਮੈਨੂੰ ਇਹ ਗੱਲ ਦਾ ਪਤਾ ਲੱਗਾ ਤੇ ਮਾਝੇ ਦੇ ਇਲਾਕੇ ਵਿੱਚ ਜਿੱਥੇ ਮੈਂ ਟੈਕਸ ਇਗਰਾਉਣ ਵਾਸਤੇ ਚੱਲਿਆ, ਮਾਮਲਾ ਲੈਣ ਵਾਸਤੇ ਚੱਲਿਆ, ਉੱਥੇ ਤੇਰਾ ਵੀ ਕਾਰਜ ਮੈਂ ਕਰਾਂਗਾ। ਇਹ ਗੱਲ ਜਦੋਂ ਸੁਣੀ ਹੈ ਚੰਦੂ ਨੇ, ਤੇ ਚੰਦੂ ਤੇ ਇਸ ਤਰੀਕੇ ਦੇ ਨਾਲ ਖੁਸ਼ ਹੋਇਆ ਜਿਵੇਂ ਬਿਨਾਂ ਕੋਈ ਯਤਨ ਕੀਤਿਆਂ ਹੀ ਉਹਦਾ ਕੋਈ ਦੁਸ਼ਮਣ ਮਰ ਗਿਆ ਹੋਵੇ। ਇਸ ਤਰੀਕੇ ਨਾਲ ਚੰਦੂ ਬੜਾ ਖੁਸ਼ ਹੁੰਦਾ ਜਦੋਂ ਸੁਲੀ ਖਾਂ ਵੱਲੋਂ ਪਤਾ ਲੱਗਦਾ ਹੈ ਕਿ ਇਸ ਢੰਗ ਦੇ ਨਾਲ ਮੈਂ ਕਰਨ ਵਾਸਤੇ ਜਾ ਰਿਹਾ। ਖਾਸ ਕਰਕੇ ਉਹਨੇ ਇਹ ਵੀ ਗੱਲ ਕਹੀ ਸੀ ਕਿ ਜੇ ਮੈਂ ਜਾਵਾਂਗਾ ਮਗਰ ਮੇਰੇ ਪਿੱਛੇ ਬਾਦਸ਼ਾਹ ਦੇ ਕੋਲ ਜਾ ਕੇ ਤੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਦਰ ਘਰ ਦੇ ਔਗਣ ਦੱਸਣੇ ਆ ਤੇ ਮੇਰੀਆਂ ਵਡਿਆਈਆਂ ਬਾਦਸ਼ਾਹ ਦੇ ਕੋਲ ਜਾ ਕਰਕੇ ਕਰਨੀਆਂ। ਇਸ ਤਰੀਕੇ ਨਾਲ ਜਿਵੇਂ ਚੰਦੂ ਪਾਪੀ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਕਿਵੇਂ ਚੰਦੂ ਖੁਸ਼ ਹੁੰਦਾ ਹੈ ਤੇ ਸੁਲੀ ਖਾਨ ਦਾ ਮਾਣ ਕਰਦਾ ਹੈ, ਕਿਵੇਂ ਇਹ ਸੁਲੀ ਖਾਨ ਆਪਣੀ ਮੌਤ ਵਾਲੇ ਪਾਸੇ ਨੂੰ ਆਪ ਤੁਰ ਕਰਕੇ ਆ ਰਿਹਾ ਹੈ। ਇਹ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ ਤੇ ਸਾਰੀ ਸੰਗਤ ਪਿਆਰ ਨਾਲ ਰਸਨਾ ਤੋਂ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਮ ਕੋ ਸਰਪ ਗਹਿਓ ਨਹਿ ਜਾਈ। ਕਹਿੰਦੇ ਇੱਧਰ ਜਦੋਂ ਚੰਦੂ ਪਾਪੀ ਜਦੋਂ ਉਸਨੇ ਇਹ ਸਰਵਣ ਕੀਤਾ ਕਿ ਸੁਲੀ ਖਾਂ ਮੇਰਾ ਹੀ ਕੰਮ ਕਰਨ ਵਾਸਤੇ ਚੱਲਿਆ, ਉਹ ਬੜਾ ਖੁਸ਼ ਹੋਇਆ ਹੈ। ਜਿਸ ਤਰੀਕੇ ਨਾਲ ਕਿਸੇ ਸੱਪ ਨੂੰ ਪਕੜਨਾ ਹੋਵੇ, ਉਹਦੇ ਮਨ ਦੀ ਇਹ ਅਵਸਥਾ ਸੀ, ਉਹਦੇ ਬੋਲ ਸੀ ਕਿ ਸੱਪ ਨੂੰ ਫੜਨ ਵਾਸਤੇ ਯਤਨ ਕੀਤਾ ਜਾਵੇ ਤੇ ਜਿਵੇਂ ਕੋਈ ਸੱਪ ਨਾ ਫੜਿਆ ਜਾਂਦਾ ਹੋਵੇ। ਨਕੁਲ ਅਚਾਨਕ ਲੈ ਤਿਸ ਘਾਈ। ਬੜੇ ਯਤਨਾਂ ਦੇ ਬਾਵਜੂਦ ਵੀ ਜਿਹਨੂੰ ਕਾਬੂ ਨਾ ਕੀਤਾ ਜਾ ਸਕੇ ਤੇ ਅਚਾਨਕ ਨੇਵਲਾ ਆ ਕੇ ਜਿਵੇਂ ਸੱਪ ਨੂੰ ਆਪਣੇ ਅਧੀਨ ਕਰ ਲਵੇ, ਉਹਨੂੰ ਖਤਮ ਕਰ ਦਵੇ, ਮਾਰ ਦਵੇ। ਅਚਾਨਕ ਨੇਵਲਾ ਆ ਕੇ ਸੱਪ ਨੂੰ ਜਿਵੇਂ ਮਾਰ ਮਕਾਉਂਦਾ ਹੈ। ਕਹਿਤ ਭਇਓ ਮੈਂ ਬਨੋ ਸਹਾਏ। ਇਸ ਤਰੀਕੇ ਦੀਆਂ ਮਨ ਦੇ ਵਿੱਚ ਈਰਖਾ ਦੀਆਂ ਵਿਉਂਤਾਂ ਬਣਾਉਂਦਾ ਹੈ ਕਿ ਮੈਂ ਤੇ ਗੁਰੂ ਘਰ ਨੂੰ ਖਤਮ ਕਰਨਾ ਚਾਹੁੰਦਾ ਸਾਂ, ਇਹ ਤੇ ਮੇਰੇ ਆਪਣੇ ਆਪ ਹੀ ਕਾਰਜ ਬਣੀ ਜਾ ਰਹੇ ਨੇ ਤੇ ਸੁਲੀ ਖਾਂ ਆਪ ਚੜ੍ਹ ਕੇ ਜਾ ਰਿਹਾ ਹੈ। ਇਹ ਨਹੀਂ ਸੀ ਪਤਾ ਕਿ ਬਾਬੇ ਪ੍ਰਿਥੀ ਚੰਦ ਵੱਲੋਂ ਚਿੱਠੀ ਲਿਖ ਕੇ ਇਹਨੂੰ ਉਚੇਚੇ ਤੌਰ ਤੇ ਹਮਲਾ ਕਰਨ ਵਾਸਤੇ ਪ੍ਰੇਰਿਆ ਜਾ ਰਿਹਾ। ਤੇ ਹਕੂਮਤਾਂ ਤੇ ਅੱਗੇ ਹੀ ਚਾਹੁੰਦੀਆਂ ਨੇ ਕਿ ਕਿਸੇ ਘਰ ਦਾ ਕੋਈ ਬੰਦਾ ਪਾੜ ਕੇ ਆਪਣੇ ਨਾਲ ਰਲਾਈਏ ਤੇ ਜਿਹੜੀ ਸੱਚ ਦੀ ਆਵਾਜ਼ ਹੈ, ਜਿਹੜੀ ਹੱਕ ਦੀ ਆਵਾਜ਼ ਹੈ, ਉਹਨੂੰ ਕਿਸੇ ਤਰੀਕੇ ਨਾਲ ਖਤਮ ਕੀਤਾ ਜਾਏ। ਇਹ ਮੁਗਲਾਂ ਦੇ ਕਾਲ ਵੇਲੇ ਵੀ ਇਹੀ ਤਰੀਕਾ ਵਰਤਾ ਜਾਂਦਾ ਰਿਹਾ। ਆਪਣੇ ਹੀ ਘਰ ਦੇ ਬੰਦੇ ਪਾੜ ਕੇ ਆਪਣੇ ਨਾਲ ਰਲਾ ਕਰਕੇ ਹੱਕ ਤੇ ਸੱਚ ਦੀ ਆਵਾਜ਼ ਨੂੰ ਦੱਬਣ ਦਾ ਯਤਨ ਉਦੋਂ ਵੀ ਕੀਤਾ ਜਾਂਦਾ ਰਿਹਾ। ਤੇ ਸਾਧ ਸੰਗਤ ਅੱਜ ਦੇ ਸਮੇਂ ਦੇ ਵਿੱਚ ਵੀ ਜੇ ਕੋਈ ਹੱਕ ਦੀ ਗੱਲ ਕਰਦਾ ਹੈ, ਸੱਚ ਦੀ ਗੱਲ ਕਰਦਾ ਹੈ, ਤੇ ਸਾਡੇ ਆਪਣੇ ਹੀ ਬੰਦੇ ਸਰਕਾਰਾਂ ਗੰਢ ਲੈਂਦੀਆਂ ਨੇ, ਉਹ ਉਹਨਾਂ ਦੀ ਬੋਲੀ ਬੋਲਣ ਲੱਗ ਪੈਂਦੇ ਆ। ਤੇ ਇਸ ਢੰਗ ਦੇ ਨਾਲ ਅੱਜ ਵੀ ਸਰਕਾਰਾਂ ਉਸੇ ਤਰੀਕੇ ਨਾਲ ਹੱਕ ਸੱਚ ਦੀ ਆਵਾਜ਼ ਨੂੰ ਦੱਬਣ ਦਾ, ਉਸੇ ਘਰ ਦੇ ਬੰਦੇ ਪਾੜ ਕਰਕੇ ਤੇ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਵਾਸਤੇ, ਘੇਰਨ ਵਾਸਤੇ, ਮਾਰਨ ਵਾਸਤੇ ਅੱਜ ਵੀ ਸਰਕਾਰਾਂ ਯਤਨ ਕਰਦੇ। ਉਦੋਂ ਮੁਗਲ ਹਾਕਮਾਂ ਵੱਲੋਂ ਬਾਬੇ ਪ੍ਰਿਥੀ ਚੰਦ ਨੂੰ ਵਰਤਿਆ ਗਿਆ। ਬਾਬਾ ਪ੍ਰਿਥੀ ਚੰਦ ਉਹਨਾਂ ਦਾ ਹੱਥ ਟੋਕਾ ਬਣ ਕੇ ਉਸੇ ਤਰੀਕੇ ਨਾਲ ਕਾਰਜ ਕਰਦਾ। ਚੰਦੂ ਵਰਗੇ ਉਹਨਾਂ ਦਾ ਸਾਥ ਦੇ ਰਹੇ ਨੇ। ਹੁਣ ਚੰਦੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਇਹ ਹਮਲਾ ਕਰਨ ਵਾਸਤੇ ਸੁਲੀ ਖਾਂ ਜਾ ਰਿਹਾ ਹੈ, ਬੜਾ ਖੁਸ਼ ਹੋਇਆ ਤੇ ਬੜੇ ਖੁਸ਼ ਹੋ ਕੇ ਕਹਿੰਦਾ ਮੈਂ ਤੇਰੀ ਪੂਰੀ ਸਹਾਇਤਾ ਕਰਾਂਗਾ, ਮਗਰ ਤੇਰਾ ਪੂਰਾ ਪੱਖ ਬਾਦਸ਼ਾਹ ਕੋਲ ਦਰਬਾਰ ਵਿੱਚ ਜਾ ਕੇ ਐ ਸੁਲੀ ਖਾਂ ਮੈਂ ਤੇਰੀ ਹਰ ਤਰੀਕੇ ਨਾਲ ਮਦਦ ਕਰਾਂਗਾ। ਲਿਹੋ ਮਮ ਦਿਸ਼ ਤੇ ਅਬ ਸਿਰ ਪਾਏ। ਪਰ ਤੂੰ ਮੈਨੂੰ ਬੜੀ ਖੁਸ਼ੀ ਦੀ ਖਬਰ ਦਿੱਤੀ ਹੈ, ਇਸ ਕਰਕੇ ਮੈਂ ਆਪਣੇ ਕੋਲੋਂ ਤੈਨੂੰ ਬਖਸ਼ਿਸ਼ ਦੇਣਾ ਚਾਹੁੰਦਾ, ਭਾਵ ਸਰੋਪਾ ਦੇ ਕੇ ਤੇਰਾ ਮਾਣ ਕਰਨਾ ਚਾਹੁੰਦਾ ਹਾਂ। ਹਿਮ ਕਹਿ ਬਸਤਰ ਮੋਲ ਬਹੁ ਕੇਰੇ। ਇਸ ਤਰੀਕੇ ਨਾਲ ਕਹਿ ਕੇ ਚੰਦੂ ਪਾਪੀ ਨੇ
ਬੜੇ ਕੀਮਤੀ ਮੁੱਲ ਦੇ ਜਿਹੜੇ ਵਸਤਰ ਸੀ ਮੰਗਵਾਉਣੇ ਕੀਤੇ ਦੇਤ ਭਇਓ ਹਰ ਖਾਏ ਤੇ ਕਨੇਰੇ। ਬੜੀ ਖੁਸ਼ੀ ਨਾਲ ਚਾਵਾਂ ਦੇ ਨਾਲ ਉਹਨਾਂ ਵਸਤਰਾਂ ਦੇ ਰਾਹੀਂ ਸਿਰਪਾਓ ਦੇ ਰੂਪ ਦੇ ਵਿੱਚ ਇਹ ਸੁਲੀ ਖਾਨ ਨੂੰ ਦੇਖ ਕਰਕੇ ਬੜਾ ਖੁਸ਼ ਹੈ ਕਿ ਇਹ ਤੇ ਹੁਣ ਮੇਰਾ ਹੀ ਮਾਨੋ ਕੰਮ ਕਰਨ ਵਾਸਤੇ ਚੱਲਿਆ ਹੈ। ਕਰਿਓ ਵਿਸਰਜਨ ਧੀਰਜ ਦਾ ਕੈ। ਇਸ ਤਰੀਕੇ ਨਾਲ ਮਾਣ ਸਨਮਾਨ ਕਰਕੇ ਬੜਾ ਹੌਸਲਾ ਦੇ ਕਰਕੇ ਸੁਲੀ ਖਾਨ ਨੂੰ ਚੰਦੂ ਪਾਪੀ ਨੇ ਆਪਣੇ ਕੋਲੋਂ ਗੁਰੂ ਘਰ ਦੇ ਉੱਪਰ ਹਮਲਾ ਕਰਨ ਵਾਸਤੇ ਭੇਜਿਆ ਹੈ। ਸੁਲਹੀ ਚੜਿਓ ਸੈਨ ਸੰਗ ਲੈ ਤੇ ਕੈ। ਇਹ ਸੁਲੀ ਖਾਨ ਫੌਜ ਲੈ ਕਰਕੇ ਤੇ ਗੁਰੂ ਘਰ ਦੇ ਉੱਪਰ ਹਮਲਾ ਕਰਨ ਦੀ ਤਿਆਰੀ ਦੀ ਸੋਚ ਲੈ ਕਰਕੇ ਫਿਰ ਫੌਜਾਂ ਲੈ ਕੇ ਦਿੱਲੀ ਤੋਂ ਚੱਲ ਪਿਆ ਜੀ। ਦਿੱਲੀ ਕੀ ਸੰਗਤ ਲਖ ਪਾਇਓ। ਇੱਧਰ ਸਾਧ ਸੰਗਤ ਦਿੱਲੀ ਦੀ ਧਰਤੀ ਤੇ ਜਿਹੜੀਆਂ ਗੁਰੂ ਕੇ ਪਿਆਰ ਦੀਆਂ ਭਿੱਜੀਆਂ ਹੋਈਆਂ ਸੰਗਤਾਂ ਸੀ, ਉਹਨਾਂ ਨੇ ਜਦੋਂ ਫੇਰ ਵੇਖਿਆ ਕਿ ਅਜੇ ਤੇ ਪਹਿਲਾਂ ਤੇ ਤਿਆਰੀ ਕੀਤੀ ਸੀ, ਪਰ ਹੁਣੇ ਫੌਜ ਲੈ ਕਰਕੇ ਜਦੋਂ ਹਮਲਾ ਕਰਨ ਵਾਸਤੇ ਫੌਜਾਂ ਨਾਲ ਲੈ ਕੇ ਚੱਲ ਹੀ ਪਿਆ ਹੈ। ਦੇ ਅਰਦਾਸਕ ਦੂਤ ਪਠਾਇਓ। ਸੰਗਤਾਂ ਦੇ ਮਨ ਦੇ ਵਿੱਚ ਗੁਰੂ ਦਾ ਪਿਆਰ ਸੀ, ਉਹਨਾਂ ਆਪਣਾ ਫਰਜ਼ ਸਮਝਦਿਆਂ ਹੋਇਆਂ ਅਰਦਾਸ ਰੂਪ ਇੱਕ ਚਿੱਠੀ ਸਤਿਗੁਰੂ ਪਾਤਸ਼ਾਹ ਦੇ ਕੋਲ ਫੇਰ ਲਿਖੀ ਹੈ ਤੇ ਦੁਬਾਰਾ ਫੇਰ ਇੱਕ ਚਿੱਠੀ ਲਿਖ ਕੇ ਆਪਣੇ ਵੱਲੋਂ ਇੱਕ ਦੂਤ ਜਿਹੜਾ ਸੀ ਗੁਰੂ ਕੀ ਨਗਰੀ ਵਾਲੇ ਪਾਸੇ ਨੂੰ ਰਵਾਨਾ ਕੀਤਾ। ਤੂਰਨ ਨਿਸ ਦਿਨ ਗਮਨਤ ਜਾਈਐ। ਤੇ ਇਹ ਗੱਲ ਪੱਕਿਆਂ ਕੀਤੀ ਕਿ ਇਹ ਚਿੱਠੀ ਲੈ ਕੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੱਕ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੱਕ ਤੂੰ ਛੇਤੀ ਤੋਂ ਛੇਤੀ ਪਹੁੰਚਣਾ, ਦਿਨ ਰਾਤ ਲਗਾਤਾਰ ਚੱਲਦਾ ਜਾਣਾ ਹੈ ਤਾਂ ਕਿ ਸੁਲੀ ਖਾਨ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਤੂੰ ਉੱਥੇ ਪਹੁੰਚ ਸਕੇ। ਸ਼੍ਰੀ ਅਰਜਨ ਕੋ ਸਕਲ ਸੁਣਾਈਐ। ਤੇ ਜਾ ਕੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਸਾਰਾ ਬਿਰਤਾਂਤ ਦੱਸੀ ਕਿ ਕਿਵੇਂ ਚੰਦੂ ਪਾਪੀ ਵੀ ਨਾਲ ਰਲਿਆ ਹੈ, ਕਿਵੇਂ ਬਾਦਸ਼ਾਹ ਦੇ ਕੋਲੋਂ ਫੌਜ ਲੈ ਕਰਕੇ ਇਹ ਸੁਲੀ ਖਾਨ ਗੁਰੂ ਨਗਰੀ ਤੇ ਹਮਲਾ ਕਰਨ ਦੀ ਤਿਆਰੀ ਲੈ ਕੇ ਦਿੱਲੀ ਤੋਂ ਚੱਲ ਪਿਆ ਹੈ। ਧਾਏ ਪੰਥ ਹਲਕਾਰਾ ਆਇਓ। ਗੁਰੂ ਕੀ ਸੰਗਤ ਵੱਲੋਂ ਭੇਜਿਆ ਹੋਇਆ ਇਹ ਹਲਕਾਰਾ ਬੜੀ ਤੇਜ਼ੀ ਦੇ ਨਾਲ ਕਦਮ ਦਰ ਕਦਮ ਪੰਧ ਮਕਾਉਂਦਾ ਹੋਇਆ ਬਹੁਤ ਘੱਟ ਵਿਸ਼ਰਾਮ ਕਰਕੇ ਦਿਨ ਰਾਤ ਦਾ ਪੈਂਡਾ ਜਿਹੜਾ ਸੀ ਛੇਤੀ ਨਾਲ ਮੁਕਾ ਕੇ ਸ਼੍ਰੀ ਅੰਮ੍ਰਿਤਸਰ ਦੀ ਗੁਰੂ ਕੀ ਇਸ ਨਗਰੀ ਵਾਲੇ ਪਾਸੇ ਨੂੰ ਚੱਲ ਪਿਆ। ਸ਼੍ਰੀ ਸਤਿਗੁਰ ਕੋ ਸਕਲ ਸੁਨਾਇਓ। ਰਹਿੰਦਾ ਪੰਧ ਮੁਕਾ ਕੇ ਗੁਰੂ ਨਗਰੀ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਉਸਨੇ ਸੀਸ ਝੁਕਾ ਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਸਾਰੀ ਗੱਲਬਾਤ ਜਿਵੇਂ ਦਿੱਲੀ ਦੀ ਸੰਗਤ ਨੇ ਕਹੀ ਸੀ ਉਹ ਸਾਰੀ ਵਾਰਤਾ ਸਤਿਗੁਰਾਂ ਨੂੰ ਦੱਸਣੀ ਕੀਤੀ। ਲੇਕਰ ਹਾਥ ਪਠੀ ਅਰਦਾਸ। ਹੱਥ ਦੇ ਵਿੱਚ ਜਿਹੜੀ ਚਿੱਠੀ ਦਿੱਲੀ ਦੀ ਸੰਗਤ ਨੇ ਅਰਦਾਸ ਰੂਪ ਬੇਨਤੀ ਰੂਪ ਕਰਕੇ ਭੇਜੀ ਸੀ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪਿਆਰ ਨਾਲ ਜਦੋਂ ਦਿੱਤੀ, ਸਿੱਖ ਸੰਗਤਾਂ ਕੋਲ ਨੇ ਸਾਰੇ ਮਸੰਦ ਆਦਿਕ ਵੀ ਬੈਠੇ ਹੋਏ ਹਨ। ਸਤਿਗੁਰੂ ਪਾਤਸ਼ਾਹ ਨੇ ਉਹ ਸਾਰੀ ਚਿੱਠੀ ਜਦੋਂ ਹੱਥ ਵਿੱਚ ਲੈ ਕੇ ਪਿਆਰ ਨਾਲ ਕੀਤੀ ਬੇਨਤੀ, ਜੋ ਦਿੱਲੀ ਦੀ ਸੰਗਤ ਨੇ ਨਿਮਰਤਾ ਦੇ ਵਿੱਚ ਭੇਜ ਕੇ ਪਿਆਰ ਸਹਿਤ ਬੇਨਤੀ ਪੱਤਰ ਭੇਜਿਆ ਸੀ, ਜਦੋਂ ਪੜ੍ਹਿਆ ਮੇਰੇ ਦਾਤਾ ਜੀ ਨੇ, ਲਿਖ ਤੁਮ ਸਭ ਹੀ ਸੰਗਤ ਦਾਸ। ਉਸ ਤੇ ਲਿਖਿਆ ਸੀ ਲਿਖ ਤੁਮ ਸੰਗਤ ਸਭ ਹੀ ਦਾਸ, ਭਾਵ ਲਿਖ ਤੁਮ ਸਭ ਹੀ ਸੰਗਤ ਦਾਸ, ਸਾਰੀ ਸੰਗਤ ਤੁਹਾਡੇ ਦਾਸ, ਤੁਹਾਡੇ ਸੇਵਕੇ, ਸਾਰੀ ਸੰਗਤ ਤੁਹਾਨੂੰ ਸਤਿਗੁਰੂ ਜੀ ਲਿਖ ਕੇ ਭੇਜ ਰਹੀ। ਪੁਰਾਣੇ ਸਮੇਂ ਜਦੋਂ ਚਿੱਠੀਆਂ ਭੇਜਦੇ ਸਨ ਉਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਸ਼ਬਦ ਲਿਖਿਆ ਜਾਂਦਾ ਸੀ ਲਿਖ ਤਮ ਫਲਾਣਾ ਸਿੰਘ ਜਾਂ ਲਿਖ ਤਮ ਫਲਾਣਾ, ਕਿ ਲਿਖਣ ਵਾਲਾ ਇਹ ਹੈ ਜਾਂ ਇਹਦੇ ਵੱਲੋਂ ਲਿਖੀ ਜਾ ਰਹੀ। ਸੋ ਸਾਰੀ ਸੰਗਤ ਦੇ ਵੱਲੋਂ ਇਹ ਚਿੱਠੀ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ। ਅਬ ਸੁਲਹੀ ਮਗ ਕੀਨ ਪਿਆਨਾ। ਗਰੀਬ ਨਵਾਜ ਸਤਿਗੁਰੂ ਜੀ ਪਾਪੀ ਸੁਲੀ ਖਾਨ ਨੇ ਹੁਣ ਰਸਤੇ ਦੇ ਉੱਪਰ ਫੌਜ ਲੈ ਕੇ ਪਿਆਨਾ ਕਰ ਦਿੱਤਾ ਹੈ। ਆਇਓ ਤੁਮ ਦਿਸ਼ ਅਦ ਕਰਸਾਨਾ। ਬੜਾ ਗੁੱਸੇ ਦਾ ਭਰਿਆ ਹੋਇਆ ਬੜਾ ਫੌਜ ਲੈ ਕਰਕੇ ਤੁਹਾਡੇ ਵਾਲੇ ਪਾਸੇ ਨੂੰ ਚੜ ਕੇ ਉਹ ਚੱਲ ਪਿਆ ਹੈ। ਸ਼੍ਰੀ ਪ੍ਰਭ ਹੋ ਸਮਰੱਥ ਸਭ ਭਾਂਤੀ। ਧੰਨ ਸਤਿਗੁਰੂ ਜੀ ਤੁਸੀਂ ਤੇ ਸਰਬ ਕਲਾ ਸਮਰੱਥ ਹੋ, ਸਭ ਕੁਝ ਕਰਨ ਕਰਾਵਨਹਾਰ ਹੋ। ਹਮਰੀ ਤੋਪਿਕ ਧਰਕਤ ਛਾਤੀ। ਪਰ ਅਸੀਂ ਅਲਪੱਗ ਜੀਵਾਂ ਦਾਤਾ ਜੀ, ਸਾਨੂੰ ਦੁਨੀਆ ਦੇ ਇਹ ਚੋਜ ਤਮਾਸ਼ੇ ਵੇਖ ਕਰਕੇ ਸਾਡਾ ਦਿਲ ਕਮਜ਼ੋਰ ਡਰ ਜਾਂਦਾ। ਤੁਸੀਂ ਆਪ ਸਭ ਕੁਝ ਕਰਨ ਕਰਾਵਨਹਾਰ ਹੋ, ਆਪ ਸਭ ਕੁਝ ਦੇ ਜਾਣੀ ਜਾਣ ਹੋ, ਪਰ ਦਾਤਾ ਜੀ ਸਾਡਾ ਕਮਜ਼ੋਰ ਦਿਲ
ਇਹ ਸਾਰੀਆਂ ਘਟਨਾਵਾਂ ਵੇਖ ਕੇ ਕਈ ਵਾਰ ਘਬਰਾ ਜਾਂਦਾ ਹੈ ਸ਼ਾਹ ਸਮੀਪੀ ਹੋਏ ਦੁਸ਼ਟ। ਕਿ ਜਿੰਨੇ ਦੁਸ਼ਟ ਨੇ, ਇਹ ਸਾਰੀ ਦੁਸ਼ਟਾਂ ਦੀ ਸਭਾ ਇਕੱਠੀ ਹੋ ਗਈ ਹੈ ਤੇ ਬਾਦਸ਼ਾਹ ਦੇ ਕੋਲ ਸਾਰੇ ਇਕੱਠੇ ਹੋ ਕਰਕੇ ਗੁਰ ਸੋ ਕਰਹਿ ਨ ਕਾਜ ਅਨਿਸ਼ਟ। ਜਿਹੜੀਆਂ ਦਿਨ ਰਾਤ ਚੁਗਲੀਆਂ ਕਰਦੇ ਰਹਿੰਦੇ ਨੇ, ਗੁਰੂ ਘਰ ਦੇ ਖਿਲਾਫ ਬਾਦਸ਼ਾਹ ਦੇ ਕੰਨ ਭਰਦੇ ਰਹਿੰਦੇ ਨੇ, ਕਿਤੇ ਬਾਦਸ਼ਾਹ ਕੱਚਾ ਕੰਨਾਂ ਦਾ ਹੋਣ ਕਰਕੇ ਕਿਤੇ ਇਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕਰ ਲੈ। ਸਾਧ ਸੰਗਤ ਇਹ ਸ਼ੁਰੂ ਤੋਂ ਹੀ ਰਿਹਾ। ਅਕਬਰ ਬਾਦਸ਼ਾਹ ਦੇ ਵੇਲੇ ਬਹੁਤ ਯਤਨ ਕੀਤੇ ਸੀ ਪਾਪੀਆਂ ਨੇ, ਕਈ ਵਾਰ ਗੁਰੂ ਘਰ ਦੇ ਖਿਲਾਫ ਕੰਨ ਉਹਦੇ ਭਰਨ ਦਾ ਯਤਨ ਕੀਤਾ, ਪਰ ਸਿਆਣਾ ਬਾਦਸ਼ਾਹ ਉਹ ਹੁੰਦਾ ਏ ਕਿ ਕਿਸੇ ਦੀ ਕਹੀ ਹੋਈ ਗੱਲ ਤੇ ਵਿਸ਼ਵਾਸ ਕਰਨ ਦੀ ਥਾਂ ਪਹਿਲਾਂ ਆਪ ਵੇਖ ਲਵੇ। ਇਸ ਕਰਕੇ ਅਕਬਰ ਬਾਦਸ਼ਾਹ ਕਈ ਵਾਰ ਖੁਦ ਆਇਆ ਸੀਗਾ। ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਵੇਲੇ ਸ਼ਿਕਾਇਤ ਹੋਈ ਤੇ ਖੁਦ ਅਕਬਰ ਬਾਦਸ਼ਾਹ ਕਹਿੰਦਾ ਚਲੋ ਮੈਂ ਜਾ ਕਰਕੇ ਵੇਖਾਂਗਾ, ਤੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਅਕਬਰ ਬਾਦਸ਼ਾਹ ਖੁਦ ਚੱਲ ਕਰਕੇ ਆਉਂਦਾ ਹੈ ਤੇ ਆ ਕੇ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ। ਜਦੋਂ ਵੇਖਦਾ ਹੈ ਗੁਰੂ ਘਰ ਆਉਂਦਾ ਹੈ ਤੇ ਉਹਦੇ ਵਾਸਤੇ ਵੀ ਉਹੀ ਮਰਿਆਦਾ ਹੈ। ਸਤਿਗੁਰਾਂ ਨੇ ਕਿਹਾ ਸੀ ਇੱਥੇ ਅਮੀਰ ਆ ਜੇ, ਗਰੀਬ ਆ ਜੇ, ਰਾਜਾ ਆਏ, ਭਿਖਾਰੀ ਆਏ, ਗੁਰੂ ਨਾਨਕ ਦੇ ਘਰ ਸਾਰਿਆਂ ਨੂੰ ਇੱਕੋ ਜਿਹਾ ਜਾਣਿਆ ਜਾਂਦਾ, ਬਿਨਾਂ ਜਾਤ ਗੋਤ ਧਰਮ ਰੰਗ ਨਸਲ ਵਿਤਕਰੇ ਦੇ ਕਿਸੇ ਨਾਲ ਕੋਈ ਫਰਕ ਨਹੀਂ ਪਾਇਆ ਜਾਂਦਾ। ਤੇ ਜਿਹਨੇ ਗੁਰੂ ਕੇ ਦਰਸ਼ਨ ਕਰਨੇ ਨੇ ਪਹਿਲਾਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੇ। ਪਹਿਲਾਂ ਪੰਗਤ ਪਾਛੇ ਸੰਗਤ ਦਾ ਇਹ ਵਿਧਾਨ ਸੀ ਤੇ ਪੰਗਤ ਵਿੱਚ ਬਹਿ ਕੇ ਉਹਨੇ ਪ੍ਰਸ਼ਾਦਾ ਛਕਿਆ ਸੀ ਅਕਬਰ ਬਾਦਸ਼ਾਹ ਨੇ। ਤੇ ਉਸ ਤੋਂ ਬਾਅਦ ਵਿੱਚ ਇੰਨਾ ਪ੍ਰਭਾਵਿਤ ਹੋਇਆ, ਗੁਰੂ ਸਾਹਿਬ ਦੇ ਨਾਲ ਬਚਨ ਚਰਚਾ ਕਰਦਾ। ਤੇ ਕਨਿੰਗਮ ਨੇ ਬੜੇ ਸੁੰਦਰ ਢੰਗ ਨਾਲ ਲਿਖਿਆ ਕਿ 2 ਘੰਟੇ 27 ਮਿੰਟ ਤੱਕ ਲਗਾਤਾਰ ਅਕਬਰ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨਾਂ ਨੂੰ ਸੁਣਦਾ ਰਿਹਾ। ਗੁਰੂ ਅਮਰਦਾਸ ਜੀ ਫਾਊਂਡਡ ਅਕਬਰ ਐਨ ਅਟੈਂਟਿਵ ਲਿਸਨਰ, ਬੜਾ ਸਾਵਧਾਨ ਸਰੋਤਾ ਉਹਨਾਂ ਨੇ ਵੇਖਿਆ ਧਿਆਨ ਨਾਲ, ਕਿਉਂਕਿ ਗੁਰੂ ਸਾਹਿਬ ਦੇ ਬਚਨ ਸੁਣਦਿਆਂ ਉਹਦਾ ਧਿਆਨ ਹੀ ਨਹੀਂ ਕਿਸੇ ਹੋਰ ਪਾਸੇ ਗਿਆ। ਤੇ ਪੁੱਛਦਾ ਹੈ ਕੋਈ ਸੇਵਾ ਦੱਸੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਕ ਗੱਲ ਕਹੀ ਸੀ, ਹੋਰ ਬਚਨ ਜਿਹੜੇ ਆਪਣੇ ਵਾਸਤੇ ਨਹੀਂ, ਖਾਸ ਕਰਕੇ ਧੀਆਂ ਤੇ ਭੈਣਾਂ ਵਾਸਤੇ ਕਿਹਾ ਸੀ ਕਿ ਤੂੰ ਰਾਜਾ ਹੈ, ਬਾਦਸ਼ਾਹ ਹੈ, ਤੇਰੇ ਰਾਜ ਭਾਗ ਵਿੱਚ ਧੀਆਂ ਤੇ ਬੜਾ ਜ਼ੁਲਮ ਹੋ ਰਿਹਾ। ਜਦੋਂ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਪਿੱਛੇ ਪਤਨੀ ਨੂੰ ਜਿੰਦਾ ਸਾੜ ਕੇ ਸਤੀ ਕਰ ਦਿੱਤਾ ਜਾਂਦਾ। ਤੂੰ ਹੁਕਮ ਕਰਕੇ ਇਹ ਐਲਾਨ ਕਰ ਸਕਦਾ ਹੈ। ਸਤਿਗੁਰੂ ਪਾਤਸ਼ਾਹ ਦੇ ਕਹਿਣ ਤੇ ਉਸ ਵਕਤ ਸਤੀ ਪ੍ਰਥਾ ਤੇ ਰੋਕ ਲਗਾਈ ਗਈ। ਅੱਜ ਭਾਵੇਂ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ 'ਚ ਇਹ ਗੱਲਾਂ ਨਾ ਮਿਲਣ, ਪਰ ਗੁਰੂ ਕੇ ਇਤਿਹਾਸ ਦੇ ਵਿੱਚੋਂ ਜਦੋਂ ਅਸੀਂ ਪੜ੍ਹਾਂਗੇ ਇਹ ਗੱਲਾਂ ਜਾਣਨੀਆਂ ਵੀ ਤੇ ਦੱਸਣ ਦਾ ਵੀ ਯਤਨ ਕਰੀਏ ਕਿ ਗੁਰੂ ਘਰ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਮੇਂ ਦੇ ਬਾਦਸ਼ਾਹ ਨੂੰ ਕਹਿ ਕੇ ਧੀਆਂ ਨੂੰ ਪਤੀ ਦੀ ਮੌਤ ਤੋਂ ਬਾਅਦ ਸੜਨ ਤੋਂ ਬਚਾਇਆ ਸੀਗਾ। ਇਹ ਅਨੇਕਾਂ ਐਸੇ ਕਾਰਜ ਸੀ। ਅਕਬਰ ਵੇਖ ਸੋਚ ਕੇ ਕਾਰਜ ਕਰਦਾ, ਪਰ ਜਹਾਂਗੀਰ ਕੰਨਾਂ ਦਾ ਕੱਚਾ, ਜਿਵੇਂ ਕੋਈ ਉਹਦੇ ਕੰਨ ਭਰਦਾ ਏ ਉਸ ਤਰੀਕੇ ਨਾਲ ਚੱਲ ਪੈਂਦਾ। ਹੁਣ ਇਹ ਦਿੱਲੀ ਦੀ ਸੰਗਤ ਨੇ ਬੇਨਤੀ ਕੀਤੀ ਕਿ ਦੁਸ਼ਟ ਸਭਾ ਇਕੱਠੀ ਹੋ ਕੇ ਬਾਦਸ਼ਾਹ ਦੇ ਨਿਤ ਕੰਨ ਭਰਦੀ ਹੈ, ਕਿਤੇ ਗੁਰੂ ਘਰ ਦਾ ਕੋਈ ਨੁਕਸਾਨ ਨਾ ਕਰ ਦੇਣ। ਇਹ ਹਮਰੋ ਜੋਰ ਕਰਨ ਸੁਧ ਕੀਰੋ। ਸਤਿਗੁਰੂ ਜੀ ਸਾਡੀ ਤੇ ਇੰਨੀ ਕੀ ਤਾਕਤ ਹੈ ਕਿ ਅਸੀਂ ਤੁਹਾਨੂੰ ਖਬਰ ਕਰ ਸਕਦੇ ਹਾਂ। ਸਾਡੀ ਇੰਨੀ ਕੋਈ ਸਮਰੱਥਾ ਹੈ, ਤੁਹਾਡੇ ਤੱਕ ਗੱਲਬਾਤ ਕੇਵਲ ਪਹੁੰਚਾ ਹੀ ਸਕਦੇ ਹਾਂ। ਸੋ ਕਰ ਪਠੀ ਤੁਰਤ ਗਨ ਚੀਰੋ। ਇਸ ਕਰਕੇ ਆਪਣੀ ਸਮਰੱਥਾ ਦੇ ਅਨੁਸਾਰ ਜਿਹੜੀ ਚਿੱਠੀ ਸੀ ਤੁਰੰਤ ਲਿਖ ਕੇ ਆਪ ਜੀ ਨੂੰ ਖਬਰ ਭੇਜ ਦਿੱਤੀ ਹੈ। ਸ਼੍ਰੀ ਅਰਜਨ ਪਠ ਕਰ ਅਰਦਾਸ। ਧੰਨ ਗੁਰੂ ਅਰਜਨ ਸਾਹਿਬ ਨੇ ਦਿੱਲੀ ਦੀ ਸੰਗਤ ਦੀ ਲਿਖੀ ਹੋਈ ਇਹ ਬੇਨਤੀ ਜਦੋਂ ਪਿਆਰ ਨਾਲ ਪੜ੍ਹੀ, ਕਰੀ ਮੋਨ ਬੈਠੇ ਸਿੱਖ ਪਾਸ। ਇਹ ਦੂਜੀ ਵਾਰ ਚਿੱਠੀ ਆਈ ਹੈ ਸਤਿਗੁਰੂ ਪਾਤਸ਼ਾਹ ਕੋਲ, ਤੇ ਸਤਿਗੁਰੂ ਤੇ ਜਾਣੀ ਜਾਣ ਨੇ ਕਿ ਆਉਣ ਵਾਲੇ ਸਮੇਂ 'ਚ ਕੀ ਵਰਤਣਾ ਹੈ, ਸੁਲੀ ਖਾਂ ਵਰਗੇ ਦਾ ਕੀ ਪਾਪੀ ਦਾ ਹੱਲ ਹੋਣਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਚਿੱਠੀ ਪੜ੍ਹ ਕੇ ਤੇ ਉਸ ਵਕਤ ਜਾਣੀ ਜਾਣ ਹੋਣ ਕਰਕੇ ਸਤਿਗੁਰੂ ਪਾਤਸ਼ਾਹ ਕੁਝ ਸਮੇਂ ਵਾਸਤੇ ਸ਼ਾਂਤ ਚਿਤ ਮੌਨ ਧਾਰਦੇ ਹਨ। ਬ੍ਰਿੰਦ ਮਸੰਦ ਸਭਨ ਕੋ ਚਿੰਤਾ। ਪਰ ਜਿਹੜੇ ਮਸੰਦ ਸਨ ਉਹਨਾਂ ਦੇ ਮਨ ਦੇ ਵਿੱਚ ਚਿੰਤਾ, ਡਰ ਵਿਆਪ ਰਿਹਾ ਸੀ। ਸ਼੍ਰੀ ਗੁਰ ਕੋ ਨਹਿ ਲਖੈ ਬਿਰਤੰਤਾ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੀ ਵਡਿਆਈ ਮਹਿਮਾ ਜਿਹੜੀ ਸੀ ਉਹ ਉਸ ਗੱਲ ਨੂੰ ਭੁੱਲੀ ਬੈਠੇ ਸਨ। ਤਬ ਸਭ ਹਿਨ ਕਰ ਜੋਰ ਬਖਾਨਾ। ਸੋਚਦੇ ਸਨ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕੋਈ ਫਿਕਰ ਨਹੀਂ, ਕਿਸੇ ਪ੍ਰਕਾਰ ਦੀ ਪਰਵਾਹ ਨਹੀਂ। ਏਡੀ ਵੱਡੀ ਫੌਜ ਚੜ੍ਹ ਕੇ ਆ ਰਹੀ ਹੈ, ਆਮ ਬੰਦਾ ਹੋਵੇ ਤਰਥੱਲੀ ਮੱਚ ਜਾਂਦੀ ਹੈ, ਪਰ ਸਤਿਗੁਰਾਂ ਨੂੰ ਕੋਈ ਪਰਵਾਹ ਨਹੀਂ ਏਡੀ ਫੌਜ ਚੜ੍ਹ ਕੇ ਆਏਗੀ।
ਇਹਨਾਂ ਨੂੰ ਤੇ ਇਵੇਂ ਜਿਵੇਂ ਕੁਝ ਹੋਣਾ ਹੀ ਨਹੀਂ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਸ਼ਾਂਤ ਨੇ, ਹੱਥ ਜੋੜ ਕੇ ਮਸੰਦ ਸਾਰੇ ਸਤਿਗੁਰਾਂ ਨੂੰ ਕਹਿਣ ਲੱਗੇ, ਪ੍ਰਭ ਜੀ ਕੌਣ ਯਤਨ ਅਬ ਠਾਨਾ। ਹੇ ਰੱਬ ਜੀ, ਹੇ ਪ੍ਰਭੂ ਜੀ, ਸਤਿਗੁਰੂ ਜੀ, ਕਿਹੜਾ ਯਤਨ ਤੁਸੀਂ ਕੀਤਾ ਹੈ, ਕਿਹੜਾ ਹੱਲ ਕਰ ਰਹੇ ਹੋ ਇਸ ਫੌਜ ਦਾ ਟਾਕਰਾ ਕਰਨ ਲਈ। ਜਿਸ ਤੇ ਬੈਠੇ ਨਿਸ਼ਚਲ ਹੋਏ। ਆਖਰਕਾਰ ਕੀ ਕਾਰਨ ਹੈ ਤੁਸੀਂ ਅਡੋਲ ਬੈਠੇ ਹੋ, ਤੁਹਾਨੂੰ ਕੋਈ ਪਰਵਾਹ ਨਹੀਂ ਹੈ, ਕੋਈ ਡਰ ਨਹੀਂ ਹੈ, ਤੇ ਕਿਸੇ ਵੀ ਤਰੀਕੇ ਦਾ ਮਨ ਦੇ ਵਿੱਚ ਕੋਈ ਚਿੰਤਾ ਸਹਿਮ ਤੁਹਾਡੇ ਨਹੀਂ ਹੈ। ਆਵਤ ਚੱਲਿਓ ਮਹਾਰਿਪ ਜੋਏ। ਕਿ ਤੁਹਾਡੇ ਕੋਲ ਤੇ ਬਹੁਤ ਵੱਡਾ ਜਿਹੜਾ ਦੁਸ਼ਮਣ ਹੈ ਉਹ ਫੌਜ ਲੈ ਕੇ ਹਮਲਾ ਕਰਨ ਵਾਸਤੇ ਆ ਰਿਹਾ ਹੈ। ਹਮਰੋ ਧੀਰਜ ਹੋਤ ਬਿਨਾਸੀ। ਸਤਿਗੁਰੂ ਜੀ, ਅਸੀਂ ਤੇ ਆਪਣਾ ਧੀਰਜ ਹੀ ਗਵਾ ਬੈਠੇ ਆ, ਸਾਡਾ ਮਨ ਧੀਰਜ ਨਹੀਂ ਪਕੜਦਾ। ਉਹ ਧੀਰਜ ਸਾਡੇ ਮਨ ਦਾ ਜਿਹੜਾ ਉਹ ਨਾਸ਼ ਹੋ ਚੁੱਕਿਆ, ਹੌਸਲਾ ਨਹੀਂ ਸਾਡਾ ਮਨ ਫੜਦਾ ਹੈ। ਕਿਆ ਸੋ ਕਰਹਿ ਆਨ ਕਰ ਪਾਸੀ। ਉਹ ਸਾਡੇ ਕੋਲ ਆਏਗਾ ਫੌਜ ਲੈ ਕੇ, ਜਦੋਂ ਫੌਜ ਆਉਂਦੀ ਹੈ ਤਰਥੱਲੀ ਮਚਾਉਂਦੀ ਹੈ, ਉਹ ਨਹੀਂ ਵੇਖਦੀ ਕੌਣ ਕੀ ਹੈ, ਉਹ ਤੇ ਨੁਕਸਾਨ ਹੀ ਕਰਦੀ ਚਲੀ ਆਉਂਦੀ ਹੈ। ਤੇ ਫਿਰ ਇਸ ਕਰਕੇ ਕੀ ਕੁਝ ਉਹ ਕਰੇਗਾ, ਅਸੀਂ ਤੇ ਸੋਚ ਸੋਚ ਕੇ ਬੜੇ ਪਰੇਸ਼ਾਨ ਹਾਂ। ਕੁਛ ਸੈਨਾ ਕੋ ਨਾਹਿ ਨ ਜੋਰ। ਸਾਡੇ ਕੋਲ ਤੇ ਕੋਈ ਬਹੁਤੀ ਵੱਡੀ ਸੈਨਾ ਵੀ ਨਹੀਂ ਹੈ, ਤੇ ਨਿੱਕੀ ਜੀ ਸੈਨਾ ਏਡੀ ਵੱਡੀ ਸੈਨਾ ਦਾ ਕੀ ਮੁਕਾਬਲਾ ਕਰ। ਸ਼ਹਿਰ ਦੀ ਰਾਖੀ ਵਾਸਤੇ ਕੁਝ ਰਾਖੇ ਜ਼ਰੂਰ ਸਨ, ਪਰ ਕੋਈ ਵੱਡੀ ਫੌਜ ਨਹੀਂ ਕਿ ਏਡੀ ਵੱਡੀ ਫੌਜ ਦਾ ਕਿਵੇਂ ਮੁਕਾਬਲਾ ਅਸੀਂ ਕਰਾਂਗੇ। ਅੱਜ ਵੀ ਕਈ ਡਰਦੇ ਨੇ ਕਿ ਵੱਡੀਆਂ ਤਾਕਤਾਂ ਦਾ ਕਿਵੇਂ ਮੁਕਾਬਲਾ ਕੀਤਾ ਜਾਏ, ਜਿਨ੍ਹਾਂ ਦੇ ਮਨ ਤੌਖਲੇ ਨਾਲ ਭਰੇ ਰਹਿੰਦੇ ਹਨ। ਉਦੋਂ ਵੀ ਮਸੰਦ ਇਸ ਢੰਗ ਦੀ ਸੋਚ ਵਿੱਚ ਕਿ ਏਡੀ ਵੱਡੀ ਫੌਜ, ਏਡੀ ਵੱਡੀ ਤਾਕਤ, ਮੁਗਲ ਹਕੂਮਤ, ਉਹਦੇ ਨਾਲ ਸਾਡਾ ਕੀ ਜ਼ੋਰ ਹੈ, ਕਿਵੇਂ ਮੁਕਾਬਲਾ ਕਰਾਂਗੇ। ਜਿਸ ਤੇ ਸਮੁਖ ਜੰਗ ਦੇ ਜੋਰ। ਜਿਹਦੇ ਸਾਹਮਣੇ ਜੰਗ ਦੇ ਵਿੱਚ ਉਹ ਏਡੀ ਵੱਡੀ ਤਾਕਤ ਦੇ ਵਿੱਚ ਸਾਡਾ ਕੀ ਜ਼ੋਰ ਚੱਲ ਸਕਦਾ ਹੈ। ਤੁਮ ਭਰਾਤਾ ਜੇਸ਼ਟ ਕੋ ਮੀਤ। ਨਾਲੇ ਜਿਹੜਾ ਸੁਲੀ ਖਾਂ ਚੜ ਕੇ ਆ ਰਿਹਾ ਹੈ ਫੌਜ ਲੈ ਕੇ, ਸੁਣਿਆ ਹੈ ਤੁਹਾਡੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਦਾ ਉਹ ਮਿੱਤਰ ਹੈ। ਨਹਿ ਦੇਖਤ ਕੁਛ ਨੀਤ ਅਨੀਤ। ਜਿਹੜਾ ਸੁਲੀ ਖਾਂ ਕੀ ਚੰਗਾ ਹੈ ਕੀ ਮਾੜਾ ਹੈ ਇਸ ਗੱਲ ਦੀ ਬਿਲਕੁਲ ਨਹੀਂ ਵਿਚਾਰ ਕਰਨ ਵਾਲਾ, ਭਾਵ ਉਹਨੇ ਤੇ ਆਪਣੇ ਮਨ ਦੀ ਕਰਨੀ ਹੈ, ਉਹਨੇ ਕੇਵਲ ਹਮਲਾ ਕਰਨਾ ਹੈ, ਉਹਨੇ ਸਹੀ ਗਲਤ ਸੱਚ ਝੂਠ ਕਿਸੇ ਚੀਜ਼ ਨੂੰ ਨਹੀਂ ਵੇਖਣਾ ਹੈ। ਆਗਲ ਬਾਰ ਆਏ ਰਿਸ ਭਰਿਓ। ਦਾਤਾ ਜੀ ਉਹ ਤੇ ਪਹਿਲਾਂ ਵੀ ਇੱਕ ਵਾਰ ਬੜੇ ਗੁੱਸੇ ਨਾਲ ਫੌਜ ਲੈ ਕੇ ਅੰਮ੍ਰਿਤਸਰ ਚੜ ਕੇ ਆਇਆ ਸੀ। ਨੀਠ ਨੀਠ ਤਬ ਮੂਰਨ ਕਰਿਓ। ਮਸਾਂ ਕਿਸੇ ਤਰੀਕੇ ਨਾਲ ਹੀਲਾ ਵਸੀਲਾ ਕਰਕੇ ਉਸ ਵਕਤ ਉਹਦੀ ਫੌਜ ਨੂੰ ਮੋੜਿਆ ਸੀ, ਜਦੋਂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਣਾ ਸੀ ਤੇ ਗੁਰੂ ਸਾਹਿਬ ਸੰਗਤ ਤੇ ਸਾਰਿਆਂ ਦੇ ਭਲੇ ਵਾਸਤੇ ਵਡਾਲੀ ਨਗਰ ਦੇ ਵਿੱਚ ਉਸ ਵਕਤ ਚਲੇ ਗਏ ਸੀ, ਜੋ ਅੱਜ ਗੁਰੂ ਕੀ ਵਡਾਲੀ ਬਣਿਆ। ਉਸ ਵਕਤ ਸੁਲੀ ਖਾਂ ਫਿਰ ਕਿਸੇ ਕਾਰਨ ਕਰਕੇ ਪ੍ਰਿਥੀ ਚੰਦ ਦੇ ਆਖੇ ਲੱਗ ਕੇ ਕਿ ਜਿਹੜੇ ਕੰਮ ਲਈ ਤੈਨੂੰ ਬੁਲਾਇਆ ਸੀ ਉਹ ਕੰਮ ਹੋ ਗਿਆ ਹੈ, ਇਸ ਕਰਕੇ ਉਹ ਵਾਪਸ ਚਲਿਆ ਗਿਆ ਸੀ। ਸ਼ਾਹ ਨ ਤੁਮ ਸੋ ਬਿਗੜਿਓ ਚਾਹੈ। ਤੇ ਜਿਹੜਾ ਬਾਦਸ਼ਾਹ ਹੈ ਉਹ ਤੁਹਾਡੇ ਨਾਲ ਭਾਵੇਂ ਨਹੀਂ ਵੀ ਵਿਗਾੜਨਾ ਚਾਹੁੰਦਾ, ਤਉ ਦੁਸ਼ਟ ਇਹ ਨਿਤ ਢਿਗ ਰਹੈ। ਪਰ ਇਹ ਜਿਹੜੇ ਦੁਸ਼ਟ ਨੇ, ਇਹ ਪਾਪੀ ਨੇ, ਨਿਤ ਬਾਦਸ਼ਾਹ ਦੇ ਕੋਲ ਰਹਿੰਦੇ ਨੇ। ਤੇ ਜਿਹੜੇ ਚੁਗਲੀ ਹੈ ਕਹਿੰਦੇ ਪੱਥਰ ਪਾੜ ਦਿੰਦੀ ਹੈ, ਇਹ ਨਿਤ ਦੀ ਚੁਗਲੀ ਕਰ ਕਰਕੇ ਗੁਰੂ ਘਰ ਦੇ ਖਿਲਾਫ ਬਾਦਸ਼ਾਹ ਨੂੰ ਨਿਤ ਭੜਕਾਉਂਦੇ ਹੀ ਰਹਿੰਦੇ ਹਨ। ਤੁਮ ਦਿਸ਼ ਅਨਕ ਤੂਫਾਨ ਉਠਾਵੈ। ਇਸ ਤਰ੍ਹਾਂ ਚੁਗਲੀਆਂ ਕਰ ਕਰਕੇ ਗੁਰੂ ਘਰ ਦੇ ਖਿਲਾਫ ਕੁਫਰ ਬੋਲ ਬੋਲ ਕੇ ਇਸ ਦਰ ਘਰ ਵੱਲ ਅਨੇਕਾਂ ਬਾਦਸ਼ਾਹ ਦੇ ਵੱਲੋਂ ਤੂਫਾਨ ਉਠਾਉਣ ਦਾ ਯਤਨ ਕਰਦੇ ਹਨ। ਇਸ ਤਰ੍ਹਾਂ ਚੁਗਲ ਨਿਤ ਗੁਰੂ ਘਰ ਦੇ ਖਿਲਾਫ ਬਾਦਸ਼ਾਹ ਨੂੰ, ਮੁਗਲ ਹਾਕਮਾਂ ਨੂੰ ਭੜਕਾਉਂਦੇ ਰਹਿੰਦੇ ਹਨ। ਕਹਿ ਕਹਿ ਅਦਕ ਸਦਾ ਬਿਗੜਾਵੈ। ਬਾਰ-ਬਾਰ ਆਖ ਆਖ ਕੇ, ਚੁਗਲੀ ਕਰ ਕਰਕੇ ਇਹ ਬਹੁਤ ਵਿਗਾੜ ਪੈਦਾ ਕਰ ਰਹੇ ਹਨ। ਆਪ ਕਰੀ ਤੂਸ਼ਨ ਕਿਸ ਕਾਰਨ। ਸਾਨੂੰ ਸਮਝ ਨਹੀਂ ਆਉਂਦੀ। ਮਸੰਦ ਇਹ ਗੱਲ ਆਖਦੇ ਨੇ ਸਤਿਗੁਰਾਂ ਨੂੰ ਕਿ ਤੁਸੀਂ ਕਿਸ ਕਾਰਨ ਕਰਕੇ ਚੁੱਪ ਧਾਰਨ ਕੀਤੀ ਹੋਈ, ਆਖਰਕਾਰ ਕੁਝ ਤੇ ਦੱਸਣਾ ਕਰੋ। ਤ੍ਰਿਤ ਹਮ ਲਹੈ ਸੋ ਕਰਹੁ ਉਚਾਰਨ। ਸਾਡੇ ਮਨ ਨੂੰ ਵੀ ਹੌਸਲਾ ਆਵੇ, ਸਾਡੇ ਮਨ ਦੀ ਵੀ ਪਰੇਸ਼ਾਨੀ ਦੂਰ ਹੋ ਜਾਏ, ਸਾਨੂੰ ਕੁਝ ਬੋਲ ਕੇ ਦੱਸੋ ਤੇ ਸਹੀ, ਆਖਰਕਾਰ
ਇਸ ਮੁਸ਼ਕਲ ਦਾ ਹੱਲ ਕਿਵੇਂ ਹੋਵੇਗਾ? ਬੁਰਾ ਕਰਨ ਬੈਰੀ ਢਿੱਗ ਆਵਤ। ਇਹ ਬੈਰੀ ਜਿਹੜਾ ਹੈ ਹਮਲਾ ਕਰਨ ਵਾਸਤੇ, ਗੁਰੂ ਨਗਰੀ ਦਾ ਨੁਕਸਾਨ ਕਰਨ ਵਾਸਤੇ ਚੜਿਆ ਆ ਰਿਹਾ ਹੈ। ਨਹਿ ਉਪਾਉ ਤੁਮ ਕਛੂ ਬਨਾਵਤ। ਪਰ ਤੁਸੀਂ ਕੋਈ ਹੀਲਾ ਵਸੀਲਾ ਕੁਝ ਵੀ ਨਹੀਂ ਕਰਦੇ ਹੋ, ਆਖਰਕਾਰ ਕੀ ਕੀਤਾ ਜਾਵੇ? ਜਿਮ ਕੂਕਰ ਤੇ ਤਰਾਸਤ ਹਰਨ। ਜਿਸ ਤਰੀਕੇ ਦੇ ਨਾਲ ਹਿਰਨ ਜਦੋਂ ਕੁੱਤੇ ਨੂੰ ਵੇਖ ਲੈਂਦੇ ਨੇ ਤੇ ਕੁੱਤੇ ਨੂੰ ਵੇਖ ਕਰਕੇ ਸ਼ਿਕਾਰ ਹੋਣ ਦੀ ਥਾਂ ਡਰਦੇ ਹੋਏ ਜਿਹੜੇ ਹਿਰਨ ਜਿਹੜੇ ਨੇ ਬੜੇ ਭੈਭੀਤ ਹੋ ਜਾਂਦੇ ਹਨ। ਤਿਮ ਹਮਰੀ ਗਤ ਹੈ ਤੁਮ ਸ਼ਰਨ। ਸਤਿਗੁਰੂ ਜੀ ਅਸੀਂ ਤੇ ਹੁਣ ਤੁਹਾਡੀ ਸ਼ਰਨ ਹੈ, ਸਾਡੀ ਵੀ ਇਹੋ ਜੀ ਹਾਲਤ ਹੈ, ਇਸ ਕਰਕੇ ਅਸੀਂ ਤੇ ਤੁਹਾਡੀ ਸ਼ਰਨ ਵਿੱਚ ਹੀ ਇਸ ਸ਼ਿਕਾਰੀਆਂ ਤੋਂ ਬਚਣ ਵਾਸਤੇ ਆ ਗਏ ਹਾਂ। ਸ਼੍ਰੀ ਸਤਿਗੁਰ ਕਰ ਲੇਹੋ ਮਿਲਾਪ। ਸਤਿਗੁਰੂ ਪਾਤਸ਼ਾਹ ਮਹਾਰਾਜ ਜਾਂ ਇਦਾਂ ਕਰ ਲਈਏ ਕਿ ਬਾਬਾ ਪ੍ਰਿਥੀ ਚੰਦ ਨਾਲ ਹੀ ਕੋਈ ਮੇਲ ਮਿਲਾਪ ਕਰ ਲਿਆ ਜਾਵੇ, ਕੋਈ ਸੁਲਾ ਸੁਲਾਈ ਕਰ ਲਈ ਜਾਵੇ, ਇਦਾਂ ਦੀਆਂ ਸਲਾਹਾਂ ਸਾਰੇ ਦੇਣ ਲੱਗ ਪਏ ਹਨ। ਕਹਿ ਤਜ ਥਾਨ ਚਲੋ ਕਿਤ ਆਪ। ਜਾਂ ਸਭ ਕੁਝ ਥਾਂ ਆਦਿਕ ਛੱਡ ਕੇ ਕਿਸੇ ਹੋਰ ਦੂਸਰੇ ਪਿੰਡ ਨਗਰ ਆਦਿਕ ਵੱਲ ਚਲੇ ਜਾਈਏ। ਐਸੀ ਹੋਏ ਨਾ ਜੇ ਚੱਲ ਆਵੈ। ਇਸ ਤਰੀਕੇ ਦੇ ਨਾਲ ਤਾਂ ਕਿ ਇਸ ਹਮਲੇ ਤੋਂ ਬਚ ਜਾਈਏ, ਫੌਜ ਚੜ ਕੇ ਨਾ ਆ ਸਕੇ। ਕਰੇ ਸ਼ਤਰਤਾ ਗਹਿ ਲੈ ਜਾਵੈ। ਕਿਤੇ ਐਸਾ ਨਾ ਹੋਵੇ ਕਿ ਫੌਜ ਚੱਲ ਕੇ ਆ ਜੇ ਤੇ ਉਹ ਦੁਸ਼ਮਣ ਜਿਹੜਾ ਹੈ ਚੜ ਕੇ ਆਵੇ ਤੇ ਤੁਹਾਨੂੰ ਪਕੜ ਕੇ ਲੈ ਜਾਵੇ। ਤਬ ਸਭ ਵਿਦ ਹੀ ਮੁਸ਼ਕਲ ਬਨੇ। ਕਹਿੰਦੇ ਜੇ ਫੌਜ ਚੜ ਕੇ ਆ ਗਈ, ਕੋਈ ਹੀਲਾ ਨਾ ਕੀਤਾ ਤੇ ਫਿਰ ਬੜੀ ਮੁਸ਼ਕਲ ਬਣ ਜਾਵੇਗੀ। ਸ਼ਾਹ ਸਮੀਪ ਦੁਸ਼ਟ ਹੈ ਘਨੇ। ਤੇ ਬਾਦਸ਼ਾਹ ਦੇ ਕੋਲ ਤੇ ਸਾਰੇ ਪਾਸੇ ਦੁਸ਼ਟਾਂ ਦੀ ਸਭਾ ਹੀ ਹੈ, ਸਾਰੇ ਦੁਸ਼ਟ ਉੱਥੇ ਇਕੱਠੇ ਹੋਏ ਹਨ। ਹਮਕੋ ਉੱਤਰ ਦੀਜਹਿ ਸੁਆਮੀ। ਸਤਿਗੁਰੂ ਜੀ, ਗਰੀਬ ਨਵਾਜ ਜੀ, ਸਾਨੂੰ ਕੁਝ ਉੱਤਰ ਦੇ ਕੇ ਦੱਸਣਾ ਕਰੋ। ਜਿਸ ਤੇ ਸੁਖ ਰਹਿ ਥਿਤ ਪਦ ਸਾਮੀ। ਸਤਿਗੁਰੂ ਜੀ, ਜਿਹਦੇ ਕਰਕੇ ਸਾਨੂੰ ਹੌਸਲਾ ਮਿਲੇ, ਅਸੀਂ ਤੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਆ। ਸਤਿਗੁਰੂ ਜੀ, ਹੁਣ ਤੇ ਤੁਹਾਡੇ ਚਰਨਾਂ ਦਾ ਆਸਰਾ ਹੈ, ਹੁਣ ਤੁਸੀਂ ਕਿਰਪਾ ਕਰਕੇ ਦੱਸੋ ਹੁਣ ਕੀ ਕੀਤਾ ਜਾਵੇ। ਬਾਰ ਬਾਰ ਸਭ ਸਿੱਖ ਮਸੰਦ। ਇਸ ਤਰੀਕੇ ਦੇ ਨਾਲ ਸਿੱਖਾਂ ਦੇ ਵਿੱਚ ਮਸੰਦ ਆਦਿਕ ਜਿਹੜੇ ਨੇ ਮੁਖੀ ਬਣ ਕੇ ਆਪਣੇ ਆਪ ਦੇ ਵਿੱਚ ਜਿਨ੍ਹਾਂ ਦੇ ਅੰਦਰ ਬੜੀਆਂ ਚਤਰਾਈਆਂ ਸਿਆਣਪਾਂ ਸੀ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਇਦਾਂ ਸਲਾਹਾਂ ਦਿੰਦੇ ਨੇ, ਵੱਖਰੇ ਵੱਖਰੇ ਮਤੇ ਦੱਸਦੇ ਨੇ, ਵੱਖਰੀਆਂ ਵੱਖਰੀਆਂ ਗੱਲਾਂ, ਇਦਾਂ ਕਰ ਲਈਏ ਜੀ, ਇਦਾਂ ਕਰ ਲਈਏ, ਇਦਾਂ ਕਰਕੇ ਸਤਿਗੁਰਾਂ ਨੂੰ ਕਹਿੰਦੇ ਹਨ। ਭਨਤ ਦੀਨ ਹੋਵੇ ਬਿਨੈ ਬਿਲੰਦ। ਬੜੇ ਨਿਮਾਣੇ ਹੋ ਕਰਕੇ ਸਤਿਗੁਰੂ ਪਾਤਸ਼ਾਹ ਦੇ ਅੱਗੇ ਬੇਨਤੀਆਂ ਕਰੀ ਜਾਂਦੇ ਹਨ। ਕਿਰਪਾ ਠਾਨ ਸੰਗਤ ਸੋ ਬੋਲੇ। ਆਖਰਕਾਰ ਜਦੋਂ ਇਸ ਤਰ੍ਹਾਂ ਉਹਨਾਂ ਨੇ ਨਿਮਾਣੇ ਹੋ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਤੇ ਦਇਆ ਦੇ ਘਰ, ਕਿਰਪਾ ਦੇ ਘਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ, ਦੁੱਖਾਂ ਨੂੰ ਦੂਰ ਕਰਨ ਵਾਲੇ, ਡਰਾਂ ਤੋਂ ਮੁਕਤ ਕਰਨ ਵਾਲੇ, ਆਪ ਰਹਿਮਤਾਂ ਕਰਨ ਵਾਲੇ ਦਾਤਾ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੱਖ ਹਰ ਸੁਆਮੀ, ਬੜੇ ਪਿਆਰ ਦੇ ਨਾਲ ਦੁੱਖ ਦੂਰ ਕਰਨ ਵਾਸਤੇ, ਹੌਸਲਾ ਦੇਣ ਵਾਸਤੇ ਇਦਾਂ ਬਚਨ ਕਰਕੇ ਬੋਲਦੇ ਹਨ। ਨਿਸ਼ਚਾ ਧਰੋ ਕਹਾਂ ਤੁਮ ਡੋਲੇ। ਕਹਿਣ ਲੱਗੇ ਆਪਣੇ ਮਨ ਵਿੱਚ ਭਰੋਸਾ ਰੱਖੋ, ਐਵੇਂ ਮਨ ਨੂੰ ਡੁਲਾਓ ਨਾ। ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ। ਤੂੰ ਕਿਹੜੀਆਂ ਫਿਕਰਾਂ ਦੇ ਵਿੱਚ, ਚਿੰਤਾ ਵਿੱਚ ਪਿਆ ਹੋਇਆ? ਰੋਜ਼ ਬਚਨ ਆਪ ਜੀ ਪੜ੍ਹਦੇ ਹੋ, ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਹਰ ਹਰ ਜਿਉ ਪਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਭਾਵੇਂ ਰਿਜਕ ਦੀ ਚਿੰਤਾ ਹੋਵੇ, ਭਾਵੇਂ ਦੁਸ਼ਮਣ ਤੋਂ ਪੱਖ ਹੋਵੇ, ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿਉਂ ਡੋਲਦਾ ਹੈ? ਡੱਕੋ ਡੋਲੇ ਕਿਉਂ ਖਾਨਾ ਹੈ ਮਨਾ? ਹੇ ਭਾਈ, ਕਿਉਂ ਫਿਕਰ ਕਰਦੇ ਹੋ, ਕਿਉਂ ਘਬਰਾਉਂਦੇ ਹੋ? ਨਿਸ਼ਚਾ ਰੱਖੋ, ਪਰਮੇਸ਼ਰ ਤੇ ਭਰੋਸਾ ਰੱਖਣਾ ਕਰੋ। ਸਤਿਗੁਰ ਬਨਹਿ ਸਹਾਏ ਹਮਾਰੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੀ ਸਹਾਇਤਾ ਕਰਨਗੇ। ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭਾਤ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ, ਜਿਵੇਂ ਉਦੋਂ ਬਖਸ਼ਿਸ਼ਾਂ ਕੀਤੀਆਂ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤਰ ਜਾਮੀ। ਜਿਹਨੂੰ ਇਹ ਭਰੋਸਾ ਬੱਝ ਜੇ ਨਾ ਸਾਧ ਸੰਗਤ, ਚੇਤੇ ਰੱਖਿਓ, ਆ ਧਾਗਿਆਂ ਤਵੀਤਾਂ ਨੂੰ ਰੱਖਾਂ ਬਣਾ ਕੇ ਬੜੇ ਲੋਕ ਬੈਠੇ ਨੇ। ਆ ਧਾਗਾ ਹੈ, ਆ ਤਵੀਤ ਹੈ, ਇਹ ਰੱਖ ਹੈ। ਕੀ ਬੰਨਿਆ ਹੈ ਜੀ? ਰੱਖ ਬੰਨੀ ਹੋਈ ਹੈ। ਪਰ ਸਾਹਿਬ ਕਹਿੰਦੇ ਭਲਿਆ, ਇਹ ਧਾਗਿਆਂ ਨੇ ਰੱਖ ਨਹੀਂ ਤੁਹਾਡੀ ਬਣਨਾ, ਤਵੀਤਾਂ ਨੇ ਰੱਖ ਨਹੀਂ ਬਣਨਾ। ਭਰੋਸਾ ਰੱਖਿਓ, ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਗੁਰੂ ਕਾ ਸ਼ਬਦ। ਭਰੋਸਾ ਰੱਖੀ ਉਸ ਪਰਮੇਸ਼ਰ ਤੇ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ
ਅੰਤਰਜਾਮੀ, ਜਿਹਨੂੰ ਭਰੋਸਾ ਵੱਜ ਗਿਆ ਨਾ, ਫਿਰ ਉਹਦੀ ਅਵਸਥਾ ਹੈ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ ਰਾਖਾ, ਏਕ ਹਮਾਰਾ ਸੁਆਮੀ ਸਗਲ ਘਟਾਕਾ, ਅੰਤਰਜਾਮੀ ਸੋਏ ਅਚਿੰਤਾ ਜਾਗ ਅਚਿੰਤਾ। ਜਿਹਨੂੰ ਭਰੋਸਾ ਵੱਜ ਗਿਆ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਫਿਰ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਓ। ਘਰ 'ਚ ਵੀ ਸੁਖੀ ਰਹਿੰਦਾ ਹੈ, ਬਾਹਰ ਵੀ ਸੁਖੀ ਰਹਿੰਦਾ, ਜਿਹਨੂੰ ਇਹ ਭਰੋਸਾ ਵੱਜ ਗਿਆ ਰਾਖਾ ਏਕ ਹਮਾਰਾ ਸੁਆਮੀ। ਇੱਕੋ ਇੱਕ ਰਾਖਾ ਹੈ, ਕਿਸੇ ਹੋਰ ਚੀਜ਼ ਨੇ ਰਾਖਾ ਨਹੀਂ ਬਣਨਾ। ਸਤਿਗੁਰੂ ਕਹਿੰਦੇ ਉਸ ਪਰਮੇਸ਼ਰ ਤੇ ਭਰੋਸਾ ਰੱਖੋ, ਗੁਰੂ ਤੇ ਭਰੋਸਾ ਰੱਖੋ, ਜਿਹੜਾ ਤੁਹਾਡਾ ਰਾਖਾ ਬਣੇਗਾ। ਬਿਪਦਾ ਪਰੇ ਤਿਨਹੁ ਪਰ ਭਾਰੀ। ਇਹ ਚੇਤੇ ਰੱਖਿਓ, ਜਿਹੜੇ ਭਰੋਸੇ ਤੇ ਵਿਸ਼ਵਾਸ ਵਿੱਚ ਰਹਿੰਦੇ ਹਨ, ਨਿਰੰਕਾਰ ਦੇ ਘਰ ਤੇ ਭਰੋਸਾ ਰੱਖਦੇ ਨੇ, ਫਿਰ ਉਹਦਾ ਉਹ ਰਾਖਾ ਬਣਦਾ ਹੈ ਪਰਮੇਸ਼ਰ। ਤੇ ਜਿਹਦਾ ਰਾਖਾ ਪਰਮੇਸ਼ਰ ਬਣਦਾ ਹੈ ਨਾ, ਫਿਰ ਉਹ ਆਪਣੇ ਸੇਵਕਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਹੈ। ਉਹ ਜਿਹੜੇ ਚੜ ਕੇ ਆਉਂਦੇ ਨੇ, ਜਿਹੜਾ ਨੁਕਸਾਨ ਕਰਨਾ ਚਾਹੁੰਦੇ ਨੇ, ਕਹਿੰਦੇ ਫਿਰ ਉਹਨਾਂ ਤੇ ਉਲਟੀ ਭਾਰੀ ਵਿਪਤਾ ਆ ਜਾਂਦੀ ਹੈ, ਜਿਹੜਾ ਰੱਬ ਦੇ ਸੇਵਕਾਂ ਨੂੰ ਨੁਕਸਾਨ ਕਰਨਾ ਚਾਹੁੰਦੇ ਨੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ, ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਤੇ ਨਿਰੰਕਾਰ ਦੇ ਘਰ ਦੀਆਂ ਬਾਤਾਂ ਭਰੋਸਾ ਤੇ ਰੱਖੀਏ ਉਸ ਪਰਮੇਸ਼ਰ ਤੇ। ਉਹ ਤੇ ਹਰ ਥਾਂ ਤੇ, ਇਹ ਕੇਵਲ ਸੰਸਾਰ ਹੀ ਨਹੀਂ, ਉਹ ਜਮਾਂ ਤੋਂ ਵੀ ਹੱਥ ਦੇ ਕੇ ਰੱਖਣ ਦੇ ਸਮਰੱਥ ਹੈ। ਇਸ ਕਰਕੇ ਸਾਹਿਬ ਕਹਿੰਦੇ ਜਿਹੜਾ ਇੱਥੇ ਚੜ ਕੇ ਆਏਗਾ ਉਹ ਆਪਣੇ ਆਪ ਤੇ ਹੀ ਵਿਪਤਾ ਸਹਾਰ ਲਏਗਾ। ਇਸ ਕਰਕੇ ਉਹਦੇ ਤੇ ਭਰੋਸਾ ਰੱਖੋ। ਸਦਾ ਅੰਗ ਸੰਗ ਹੋ ਕੇ ਤੁਹਾਡੀ ਸਹਾਇਤਾ ਕਰਨ ਵਾਲਾ ਨਿਰੰਕਾਰ ਗੁਰੂ ਪਰਮੇਸ਼ਰ ਹੈ। ਇਸ ਕਰਕੇ ਵਿਪਤਾ ਉਹਨਾਂ ਤੇ ਹੀ ਭਾਰੀ ਪਏਗੀ ਜਿਹੜਾ ਤੁਹਾਡਾ ਨੁਕਸਾਨ ਕਰਨਾ ਚਾਹੁੰਦੇ ਹਨ। ਨਹਿ ਆਵਨ ਹਮ ਲਗ ਤਿਹ ਕੀਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਗੱਲ ਦੱਸੀ। ਬਾਣੀ 'ਚ ਵੀ ਆਪਾਂ ਬਚਨ ਪੜ੍ਹਦੇ, ਸਲਾਹਾਂ ਤੇ ਬੜਿਆਂ ਨੇ ਦਿੱਤੀਆਂ ਸੀ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਕਹਿੰਦੇ ਸਾਰੀਆਂ ਸਲਾਹਾਂ ਛੱਡ ਕੇ ਕਹਿੰਦੇ ਇੱਕ ਤੇ ਭਰੋਸਾ ਰੱਖਿਆ। ਤੇ ਜਿਹਨੇ ਉਸ ਪਰਮੇਸ਼ਰ ਨੂੰ ਧਿਆਇਆ ਹੈ ਨਾ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਉੱਥੇ ਮਿੱਤਰ ਬਣ ਕੇ ਪ੍ਰਮਾਤਮਾ ਸਹਾਇਤਾ ਕਰਦਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਾਈ। ਰੱਬ ਦਾ ਨਾਮ ਉੱਥੇ ਸਹਾਇਤਾ ਕਰਦਾ ਹੈ। ਪਰਮੇਸ਼ਰ ਆਪ ਰਖਵਾਲਾ ਹੁੰਦਾ ਹੈ। ਇਸ ਕਰਕੇ ਸਾਹਿਬ ਕਹਿੰਦੇ ਡੋਲੋ ਨਾ ਭਾਈ, ਉਹ ਪਰਮੇਸ਼ਰ ਆਪ ਸਹਾਇਕ ਹੋਏਗਾ। ਸਾਡੇ ਤੱਕ ਕੋਈ ਕਿਸੇ ਪ੍ਰਕਾਰ ਦਾ ਕਸ਼ਟ ਨਹੀਂ ਆਏਗਾ, ਕੋਈ ਚੜ ਕੇ ਨਹੀਂ ਆ ਸਕਦਾ ਹੈ। ਹੋਏ ਮਾਰਗ ਮਹਿ ਦੁਸ਼ਟ ਨਬੇਰਾ। ਇਹ ਚੇਤੇ ਰੱਖਿਓ, ਜਿਹੜਾ ਮੰਦਾ ਚਿਤਵਦਾ ਹੈ, ਮਾੜੀ ਸੋਚ ਲੈ ਕੇ ਗੁਰੂ ਘਰ ਆਏਗਾ, ਇਹ ਉਹ ਧਰਤੀ ਹੈ ਭਾਗਾਂ ਵਾਲੀ। ਜਿਹੜਾ ਮਾੜੀ ਸੋਚ ਲੈ ਕੇ ਵੀ ਆਇਆ, ਉਹਨੇ ਆਪਣਾ ਨੁਕਸਾਨ ਆਪਣੀ ਮਾੜੀ ਸੋਚ ਕਰਕੇ ਕਰਾਇਆ। ਰਸਤੇ ਵਿੱਚ ਹੀ ਉਹਨਾਂ ਦੁਸ਼ਟਾਂ ਦਾ ਨਿਪਟਾਰਾ ਪਰਮੇਸ਼ਰ ਆਪ ਕਰਾਵੇਗਾ। ਜਿਮ ਕੂਕਰ ਮਿਰਗਨ ਪਰ ਧਾਵੈ। ਜਿਸ ਤਰੀਕੇ ਦੇ ਨਾਲ ਕਿਤੇ ਹਿਰਨਾਂ ਦੀਆਂ ਡਾਰਾਂ ਉੱਪਰ ਕੋਈ ਕੂਕਰ, ਕੋਈ ਕੁੱਤਾ ਆ ਕੇ ਉਹਨਾਂ ਨੂੰ ਖਾਣ ਦਾ ਯਤਨ ਕਰਦਾ ਹੈ, ਸਵਾਪਦ ਪੰਥ ਵਿਖੈ ਭਖ ਗਾਵੈ। ਤੇ ਪਰ ਉਸ ਕੁੱਤੇ ਦੇ ਉੱਪਰ ਰਸਤੇ ਦੇ ਵਿੱਚ ਹੀ ਕੋਈ ਬਾਘ ਆ ਕੇ ਉਹਨੂੰ ਝਪੱਟਾ ਮਾਰ ਲੈਂਦਾ ਹੈ, ਉਹ ਹਿਰਨਾਂ ਤੱਕ ਨਹੀਂ ਪਹੁੰਚ ਪਾਉਂਦਾ। ਉਹ ਸ਼ਿਕਾਰ ਕਰਨ ਵਾਲਾ ਖੁਦ ਹੀ ਕਈ ਵਾਰ ਕੂਕਰ ਜਿਹੜਾ ਹੈ, ਹਿਰਨਾਂ ਨੂੰ ਸ਼ਿਕਾਰ ਬਣਾਉਣ ਦੀ ਥਾਂ ਜਦੋਂ ਭੱਜਦਾ ਹੈ ਤੇ ਉਹਦੇ ਉੱਪਰ ਬਾਘ ਆ ਕੇ ਝਪੱਟਾ ਮਾਰਦਾ ਹੈ, ਉਸ ਤੋਂ ਵੀ ਬਲਵਾਨ ਆ ਕੇ, ਤੇ ਉਹ ਆ ਕੇ ਉਸ ਕੂਕਰ ਨੂੰ ਆਪਣਾ ਸ਼ਿਕਾਰ ਬਣਾ ਕੇ ਖਤਮ ਕਰ ਦਿੰਦਾ ਹੈ। ਸੁਨਤ ਬਰਿੰਦ ਆਨੰਦ ਬਿਲੰਦੇ। ਜਦੋਂ ਇਹ ਸਤਿਗੁਰਾਂ ਵੱਲੋਂ ਇਹੋ ਜਿਹਾ ਇਸ਼ਾਰਾ ਸਮਝਿਆ ਕਿ ਜਿਹੜਾ ਗੁਰੂ ਘਰ ਚੜ ਕੇ ਆਉਣ ਵਾਲਾ ਹੈ, ਉਹਦੇ ਤੋਂ ਵੀ ਵੱਡਾ ਮਾਲਕ ਉਹਦੇ ਤੇ ਚੜ ਕੇ ਆ ਕਰਕੇ ਉਹਦੀ ਕਰਨੀ ਦੀ ਸਜ਼ਾ ਉਹਨੂੰ ਦੇਵੇਗਾ। ਇਹ ਗੱਲ ਜਦੋਂ ਸਿੱਖਾਂ ਨੇ ਸੁਣੀ ਹੈ, ਸਤਿਗੁਰਾਂ ਦੇ ਮੁਖ ਚੋਂ ਇਹ ਬਚਨ ਜਦਾਂ ਸੁਣੇ ਹੈ, ਸਾਰਿਆਂ ਦੇ ਹਿਰਦੇ ਆਨੰਦ ਨਾਲ ਭਰ ਗਏ ਹਨ। ਸਤਿਗੁਰ ਬਾਕ ਅਮੋਗ ਹੋਵੰਦੇ। ਤੇ ਸਾਰੇ ਕਹਿਣ ਲੱਗੇ ਜਿਹੜੇ ਸਤਿਗੁਰੂ ਦੇ ਬਚਨ ਨੇ ਨਾ, ਅਮੋਗ ਹੁੰਦੇ ਨੇ, ਸਫਲ ਹੁੰਦੇ ਨੇ, ਇਹ ਮੁੜਦੇ ਨਹੀਂ ਨੇ। ਜੋ ਗੁਰੂ ਸਾਹਿਬ ਦੇ ਮੁਖ ਚੋਂ ਬਚਨ ਨਿਕਲੇ, ਇਹ ਅਟਲ ਨੇ, ਇਹ ਸੱਚ ਨੇ, ਇਹ ਸਫਲ ਹੋਣ ਵਾਲੇ ਨੇ। ਇਹਦਾ ਮਤਲਬ ਜੇ ਗੁਰੂ ਸਾਹਿਬ ਨੇ ਇੰਨਾ ਬਚਨ ਕਿਹਾ ਕਿ ਇੱਥੇ ਚੜ ਕੇ ਨਹੀਂ ਆ ਪਾਏਗਾ, ਰਸਤੇ ਵਿੱਚ ਹੀ ਉਹਦਾ ਨਿਪਟਾਰਾ ਹੋ ਜਾਏਗਾ। ਇਹ ਸਿੱਖ ਜਿਹੜੇ ਸੀ, ਕਿਉਂਕਿ ਜਿਨ੍ਹਾਂ ਨੂੰ ਭਰੋਸਾ ਹੈ ਗੁਰੂ ਕੇ ਬਚਨਾਂ ਤੇ, ਇੱਕ ਇੱਕ ਅੱਖਰ ਅੰਮ੍ਰਿਤ ਹੈ, ਅਟਲ ਸੱਚ ਹੈ ਗੁਰੂ ਕੀ ਬਾਣੀ ਦੇ ਬਚਨ, ਸਤਿਗੁਰਾਂ ਦੇ ਬਚਨ।
ਤੇ ਸਿੱਖ ਜਾਣਦੇ ਸਨ ਕਿ ਸਤਿਗੁਰਾਂ ਦੇ ਬਚਨ ਸਫਲ ਹੁੰਦੇ ਨੇ। ਇਹਦਾ ਭਾਵ ਜੇ ਗੁਰੂ ਸਾਹਿਬ ਨੇ ਕਿਹਾ ਹੈ ਨਿਸ਼ਚਿੰਤ ਹੋ ਜਾਓ, ਬੇਫਿਕਰ ਹੋ ਜਾਓ, ਜਿਹੜਾ ਚੜ੍ਹ ਕੇ ਆਉਣ ਵਾਲਾ ਹੈ ਉਹਦਾ ਆਪੇ ਨਿਪਟਾਰਾ ਹੋ ਜਾਵੇਗਾ। ਤੇ ਸੁਣ ਕੇ ਸਾਰੇ ਸਿੱਖ ਬੜੇ ਖੁਸ਼ ਕਿ ਸਤਿਗੁਰੂ ਦੇ ਬਚਨ ਟਾਲੇ ਨਹੀਂ ਜਾ ਸਕਦੇ, ਇਹ ਸਫਲ ਹੋਣ ਵਾਲੇ ਹਨ। ਭਇਓ ਨ ਚਿੰਤਨ ਹੌਲ ਉਠਾਵਾ। ਹੁਣ ਨਹੀਂ ਕਿਸੇ ਦੇ ਮਨ ਵਿੱਚ ਕੋਈ ਚਿੰਤਾ, ਹੁਣ ਨਹੀਂ ਮਨ ਵਿੱਚ ਹੌਲ ਪੈਂਦੇ, ਹੁਣ ਬੇਫਿਕਰੇ ਹੋ ਗਏ ਹਨ ਸਾਰੇ। ਮਨੋ ਮਰਿਓਈ 100 ਲੱਖ ਪਾਵਾ। ਸਤਿਗੁਰੂ ਦੇ ਬਚਨ ਏਦਾਂ ਹਿਰਦੇ ਨੂੰ ਭਰੋਸਾ ਦਿੰਦੇ ਨੇ, ਮਾਨੋ ਸੁਲੀ ਖਾਂ ਤੇ ਹੁਣ ਸਮਝ ਲਓ ਮਾਰੀ ਗਿਆ ਹੋਵੇ। ਇਸ ਤਰੀਕੇ ਸਾਰਿਆਂ ਨੇ ਸਮਝ ਲਿਆ। ਸੰਗਤ ਕੋ ਸੁਨ ਕੈ ਹਲ ਕਰ। ਇਸ ਤਰ੍ਹਾਂ ਸਾਰੀ ਸੰਗਤ ਵਿੱਚ ਇਹ ਬਚਨ ਚਰਚਾ ਹੋਈ। ਸਤਿਗੁਰਾਂ ਦੇ ਇਹ ਬਚਨ ਜਦੋਂ ਸਾਰੀ ਸੰਗਤ ਦੇ ਵਿੱਚ ਦਿੱਲੀ ਤੋਂ ਆਏ ਹੋਏ ਹਲਕਾਰੇ ਨੇ, ਉਸ ਹਲਕਾਰਾ ਜਿਹੜਾ ਸੰਦੇਸ਼ ਲੈ ਕੇ ਆਇਆ ਸੀ, ਉਹਨੇ ਵੀ ਜਦੋਂ ਸੁਣੇ ਹਨ, ਦਿੱਲੀ ਪੁਰ ਕੋ ਤੁਰਤ ਪਧਾਰਾ। ਤੁਰੰਤ ਸਤਿਗੁਰਾਂ ਤੋਂ ਆਗਿਆ ਲੈ ਕਰਕੇ ਵਾਪਸ ਉਹ ਦਿੱਲੀ ਦੀ ਸੰਗਤ ਕੋਲ ਪਹੁੰਚ ਗਿਆ। ਪਹੁੰਚ ਸੁਨਾਇਓ ਸ਼੍ਰੀ ਗੁਰ ਬੈਨ। ਸਾਰੀ ਕੁਸ਼ਲ ਖੇਮ ਦੀ ਗੱਲ ਕਰਦਿਆਂ ਜਾਂਦਿਆਂ ਉਹਨੇ ਦੱਸਿਆ ਸਤਿਗੁਰਾਂ ਨੇ ਏਦਾਂ ਬਚਨ ਕਹੇ ਨੇ ਕਿ ਤੁਸੀਂ ਬੇਫਿਕਰ ਹੋ ਜਾਓ, ਨਿਸ਼ਚਾ ਧਰੋ। ਕਹਾ ਤੁਮ ਡੋਲੇ ਸਤਿਗੁਰ ਬਨੇ ਸਹਾਏ ਤੁਮ ਹਮਾਰੀ, ਕਿ ਸਤਿਗੁਰੂ ਪਾਪ ਸਹਾਇਤਾ ਕਰਨਗੇ। ਇਸ ਕਰਕੇ ਬਿਪਤਾ ਪਰੇ ਤਿਨੋਂ ਪਰ ਭਾਰੀ, ਜਿਹੜਾ ਚੜ੍ਹ ਕੇ ਆਏਗਾ ਉਹਨਾਂ ਤੇ ਉਲਟਾ ਨੁਕਸਾਨ ਹੋਏਗਾ। ਇੱਥੋਂ ਤੱਕ ਨਹੀਂ ਉਹਨਾਂ ਪਹੁੰਚਣਾ, ਹੋਏ ਮਾਰਗ ਮੈਂ ਦੁਸ਼ਟ ਨਿਬੇੜਾ, ਰਸਤੇ ਵਿੱਚ ਹੀ ਉਹਨਾਂ ਦਾ ਨਿਬੇੜਾ ਹੋ ਜਾਏਗਾ। ਇਸ ਤਰ੍ਹਾਂ ਦੇ ਬਚਨ ਜਾ ਕੇ ਦਿੱਲੀ ਦੀ ਸੰਗਤ ਨੂੰ ਦੱਸੇ ਕਿ ਸਤਿਗੁਰਾਂ ਨੇ ਏਦਾਂ ਬਚਨ ਕਹੇ ਹਨ। ਸਭ ਕੈ ਮਨ ਉਪਜੀ ਤਬ ਚੈਨ। ਸਾਰਿਆਂ ਨੇ ਸੁਣਿਆ ਹੈ ਕਿ ਇਹ ਹੁਣ ਜ਼ਾਲਮ ਗੁਰੂ ਕੀ ਨਗਰੀ ਤੱਕ ਚੜ੍ਹ ਕੇ ਵੀ ਨਹੀਂ ਪਹੁੰਚੇਗਾ। ਸੁਣ ਕਰਕੇ ਸਾਰੀ ਸੰਗਤ ਦੇ ਮਨ ਨੂੰ ਹੌਸਲਾ ਵੱਜ ਗਿਆ, ਬੜਾ ਮਨ ਜਿਹੜਾ ਧੀਰਜ ਵਿੱਚ ਆ ਗਿਆ, ਬੜੇ ਮਨ ਕਰਕੇ ਸਾਰੇ ਖੁਸ਼ ਹੋ ਗਏ ਹਨ। ਪਹੁੰਚੇ ਨਹੀਂ ਸੁਦਾ ਸਰ ਜਾਏ। ਸਾਰਿਆਂ ਨੇ ਜਾਣ ਲਿਆ ਜੇ ਗੁਰੂ ਸਾਹਿਬ ਨੇ ਬਚਨ ਕੀਤੇ ਨੇ, ਇਹਦਾ ਮਤਲਬ ਇਹ ਜਿਹੜਾ ਗੁਰੂ ਘਰ ਤੇ ਹਮਲਾ ਕਰਨ ਦੀ ਸੋਚ ਲੈ ਕੇ ਚੱਲਿਆ, ਇਹ ਸੁਲੀ ਖਾਂ ਸੁਦਾਸਰ ਭਾਵ ਅੰਮ੍ਰਿਤਸਰ ਤੱਕ ਨਹੀਂ ਪਹੁੰਚ ਪਾਵੇਗਾ। ਮਾਰਗ ਮੈਂ ਹੋਵੇ ਵਿਗਨ ਬਿਲਾਏ। ਰਸਤੇ ਦੇ ਵਿੱਚ ਹੀ ਮੰਨੋ ਇਹਦਾ ਨਾਸ਼ ਹੋ ਜਾਏਗਾ, ਵੱਡਾ ਇਹਦਾ ਨੁਕਸਾਨ ਹੋਏਗਾ, ਇਹ ਗੁਰੂ ਨਗਰੀ ਤੱਕ ਨਹੀਂ ਪਹੁੰਚ ਪਾਵੇਗਾ। ਅਚਲ ਮੇਰ ਸਮ ਲਖ ਗੁਰਬਾਨੀ। ਜਿਵੇਂ ਸੁਮੇਰ ਪਰਬਤ ਹੈ, ਇਸ ਤਰ੍ਹਾਂ ਸੁਮੇਰ ਪਰਬਤ ਵਾਂਗੂ ਅਡੋਲ, ਇਸੇ ਤਰ੍ਹਾਂ ਅਟਲ ਸਤਿਗੁਰ ਪਾਤਸ਼ਾਹ ਦੇ ਬਚਨ ਸਿੱਖਾਂ ਨੇ ਜਾਣ ਲਿਆ ਕਿ ਦੁਨੀਆ ਦੀਆਂ ਚੀਜ਼ਾਂ ਇੱਧਰ ਦੀਆਂ ਉੱਧਰ ਹੋ ਸਕਦੀਆਂ ਨੇ, ਸਭ ਕੁਝ ਬਦਲ ਸਕਦਾ ਹੈ, ਪਰ ਗੁਰੂ ਕੇ ਅਟਲ ਬਚਨ ਜਿਹੜੇ ਨੇ ਉਹ ਪਲਟ ਨਹੀਂ ਸਕਦੇ। ਇੱਕ ਸਾਧ ਬਚਨ ਅਟਲਾਦਾ, ਗੁਰੂ ਕੇ ਬਚਨ ਤੇ ਅਟਲ ਨੇ, ਇਹਨੂੰ ਟਾਲਿਆ ਨਹੀਂ ਜਾ ਸਕਦਾ, ਇਹਨੂੰ ਮੋੜਿਆ ਨਹੀਂ ਜਾ ਸਕਦਾ ਹੈ। ਸਗਰੀ ਸੰਗਤ ਸੁਨ ਹਰ ਖਾਨੀ। ਸਤਿਗੁਰੂ ਜੀ ਦੇ ਬਚਨ ਸੁਣ ਕੇ ਮਨ ਨੂੰ ਧੀਰਜ ਪਿਆ। ਸਾਰੀ ਸੰਗਤ ਜਿਹੜੀ ਗੁਰੂ ਪਾਤਸ਼ਾਹ ਮਹਾਰਾਜ ਨੂੰ ਜਿਨ੍ਹਾਂ ਚਿੱਠੀ ਲਿਖ ਕੇ ਭੇਜੀ ਸੀ ਕਿ ਸੁਲੀ ਆਪਣੇ ਕਰਮਾਂ ਕਰਕੇ ਸਜ਼ਾ ਪਾਵੇਗਾ, ਸਾਰੀ ਸੰਗਤ ਸੁਣ ਕੇ ਬੜੀ ਖੁਸ਼ ਹੋਈ ਹੈ। ਆਪ ਸੁਣੀਏ ਸੁਲਹੀ ਕੀ ਬਾਤ। ਸੋ ਸਾਧ ਸੰਗਤ ਬੜੇ ਪਿਆਰ ਦੇ ਨਾਲ, ਕਵੀ ਜੀ ਕਹਿੰਦੇ ਹੁਣ ਜਿੱਥੇ ਇਹ ਗੁਰੂ ਘਰ ਦੀਆਂ ਬਾਤਾਂ ਸਰਵਣ ਕੀਤੀਆਂ, ਉਧਰ ਹੁਣ ਸੁਲੀ ਦਾ ਪ੍ਰਸੰਗ ਸੁਣੋ, ਕਿਵੇਂ ਕਿਵੇਂ ਸੁਲੀ ਖਾਂ ਚੜ੍ਹ ਕੇ ਆਉਂਦਾ ਹੈ। ਬਹੁ ਅਪਸ਼ਗਨ ਭਏ ਬਖਿਆਤ। ਕਹਿੰਦੇ ਇਸ ਤਰੀਕੇ ਦੇ ਨਾਲ ਮਨ ਉਹਦੇ ਨਾਲ ਮਾੜੀ ਹੀ ਜਿਹੜੀ ਸ਼ੁਰੂ ਤੋਂ ਵਰਤਣੀ ਸ਼ੁਰੂ ਹੋ ਗਈ ਸੀ। ਹਰ ਕੇ ਭੁਜਾ ਬਿਲੋਚਨ ਬਾਮੂ। ਜਿਵੇਂ ਵਿਪਰ ਦੇ ਅੰਦਰ, ਬ੍ਰਾਹਮਣ ਦੇ ਅੰਦਰ ਕਈ ਪ੍ਰਕਾਰ ਦੇ ਅਪਸ਼ਗਨ ਮੰਨੇ ਜਾਂਦੇ। ਗੁਰੂ ਕੀ ਗੋਦ ਵਿੱਚ ਬੈਠੇ ਚੇਤੇ ਰੱਖਿਓ, ਸਿੱਖੀ ਦੇ ਵਿੱਚ ਸ਼ਗਨ ਅਪਸ਼ਗਨ ਦੇ ਫਰਕਾਂ ਦੇ ਵਿੱਚ ਨਹੀਂ ਪਿਆ ਜਾਂਦਾ। ਸਿੱਖ ਤੇ ਬਚਨ ਪੜਦਾ ਹੈ, ਸ਼ਗਨ ਅਪਸ਼ਗਨ ਤਿਸ ਕਉ ਲੱਗੈ ਜਿਸ ਚੀਤ ਨਾ ਆਵੇ। ਜਿਹੜਾ ਰੱਬ ਤੋਂ ਭੁੱਲਿਆ ਉਹਦਾ ਜੀਵਨ ਹੀ ਅਪਸ਼ਗਨ ਹੈ, ਉਹਦੇ ਸਾਰੇ ਕਰਮ ਹੀ ਅਪਸ਼ਗਨੇ ਨੇ। ਪਰ ਜਿਹੜਾ ਰੱਬ ਨੂੰ ਚੇਤੇ ਰੱਖ ਕੇ ਕੰਮ ਕਰਦਾ ਹੈ, ਉਹ ਸ਼ਗਨਾਂ ਅਪਸ਼ਗਨਾਂ ਦੇ ਪ੍ਰਵਾਹ ਨਹੀਂ ਕਰਦਾ, ਉਹ ਇਹਨਾਂ ਫਿਕਰਾਂ 'ਚ ਨਹੀਂ ਪੈਂਦਾ। ਪਰ ਆਮ ਤੌਰ ਤੇ ਸਮਾਜਿਕ ਤੌਰ ਤੇ ਜਿੱਦਾਂ ਦੀ ਲੋਕਾਂ ਦੀ ਸੋਚ ਬਣੀ, ਗੁਰੂ ਨੇ ਤੇ ਉਹਨਾਂ ਭਰਮ ਜਾਲਾਂ 'ਚੋਂ ਸਾਨੂੰ ਕੱਢਿਆ ਹੈ, ਪਰ ਆਮ ਲੋਕਾਂ ਦੀ ਸੋਚ ਹੈ, ਉਹਨਾਂ ਦੇ ਤੇ ਹਰ ਕਰਮ ਦੇ ਵਿੱਚ ਇਸ ਤਰੀਕੇ ਦੇ ਵਹਿਮ ਭਰਮ ਪਏ ਹੁੰਦੇ ਹਨ। ਸੋ ਇਸ ਤਰੀਕੇ ਨਾਲ ਜਦੋਂ ਚੱਲਿਆ ਹੈ, ਕਈ ਪ੍ਰਕਾਰ ਦੇ ਅਪਸ਼ਗਨ ਆਦਿਕ ਜਿਹੜੇ ਉਹਦੇ ਨਾਲ ਵਰਤਨੇ ਸ਼ੁਰੂ ਹੋ ਗਏ ਹਨ ਕਿ ਜਿਸ ਤਰੀਕੇ ਨਾਲ ਉਹਦੀਆਂ ਬਾਹਾਂ ਜਿਹੜੀਆਂ ਨੇ, ਖੱਬੀ ਬਾਹ ਫੜਕਦੀ ਹੈ, ਖੱਬੀ ਅੱਖ ਫੜਕਦੀ ਹੈ,
ਇਸ ਤਰੀਕੇ ਦੇ ਨਾਲ ਸਿਰ ਬਾਇਸ ਬੈਠਿਓ ਦੁਖ ਧਾਮੂ। ਸਿਰ ਦੇ ਉੱਪਰ ਕਾਂ ਬੈਠ ਜਾਂਦਾ ਹੈ। ਨਿਕਸਤ ਸ਼ੀਕ ਭਈ ਦਿਸਦਾ ਏ। ਜਿਵੇਂ ਕੋਈ ਤੁਰਦਾ ਹੈ, ਕੋਈ ਛਿੱਕ ਮਾਰ ਦਿੰਦਾ, ਇਦਾਂ ਦੇ ਕਈ ਲੋਕਾਂ ਦੇ ਮਨ ਵਿੱਚ ਵੀ ਭਰਮ ਪਏ ਰਹਿੰਦੇ ਹਨ। ਵਹਿਰ ਕੁਫੇਰੋ ਹਰਨ ਪਲਾਏ। ਇੱਧਰ ਉੱਧਰ ਟੇਢੇ ਮੇਢੇ ਹੋ ਕੇ ਹਰਨ ਭਜਦੇ, ਇਦਾਂ ਦੇ ਮਨ ਵਿੱਚ ਕਈ ਪ੍ਰਕਾਰ ਦੇ ਭਰਮ ਲੋਕਾਂ ਨੇ ਪਾਏ ਹੋਏ ਹਨ, ਜਿਨ੍ਹਾਂ ਦੇ ਮਨ ਕਰਕੇ ਸ਼ੰਕੇ ਦਿਲਾਂ ਦੇ ਵਿੱਚ ਲੋਕ ਰੱਖਦੇ ਆ। ਹੁਣ ਕਿਸੇ ਨੂੰ ਛਿੱਕ ਮਾਰ ਦਿੱਤੀ, ਕਿਸੇ ਨੇ ਪਿੱਛੋਂ ਆਵਾਜ਼ ਮਾਰਤੀ, ਕੋਈ ਕਾਂ ਬੋਲ ਪਿਆ। ਗੁਰੂ ਕੀ ਗੋਦ 'ਚ ਬੈਠੇ ਹੋ ਗੁਰੂ ਕੇ ਪਿਆਰ ਵਾਲੇ ਸਿੱਖੋ। ਗੁਰੂ ਕਾ ਸਿੱਖ ਸਵੇਰ ਹੁੰਦਿਆਂ ਹੀ ਅੰਮ੍ਰਿਤ ਵੇਲੇ ਜਦੋਂ ਦਿਨ ਦੇ ਕੰਮ ਕਰਦਾ, ਉਹ ਪਹਿਲਾਂ ਹੀ ਅਰਦਾਸ ਕਰਕੇ ਕਰਦਾ ਕਿ ਦਾਤਾ ਜੀ, ਜਦੋਂ ਉੱਠਿਆ ਇਸ਼ਨਾਨ ਕੀਤਾ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕੀਤਾ, ਫਿਰ ਉੱਠ ਕਰਕੇ ਫਿਰ ਅਰਦਾਸ ਕਰਦਾ ਹੈ, ਦਾਤਾ ਜੀ ਰਾਤ ਤੁਹਾਡੇ ਭਾਣੇ 'ਚ ਸੁੱਖ ਨਾਲ ਬਤੀਤ ਹੋਈ ਹੈ, ਦਿਨ ਆਰੰਭ ਹੋਇਆ ਹੈ, ਆਉਣ ਵਾਲਾ ਸਮਾਂ 4 ਪਹਿਰ ਦਿਨ ਆਪਣੇ ਭਾਣੇ 'ਚ ਸੁੱਖ ਨਾਲ ਬਤੀਤ ਕਰਨਾ। ਜਦੋਂ ਪਰਮੇਸ਼ਰ ਕੋ ਅਰਦਾਸ ਕਰਕੇ ਸਿੱਖ ਨੇ ਚਿਤਵਿਆ ਹੀ ਹੈ ਪਹਿਲਾਂ ਹੀ ਮਾਲਕ ਨੂੰ, ਫਿਰ ਕੋਈ ਕਾਂ ਬੋਲਦਾ ਫਿਰੇ, ਕੋਈ ਛਿੱਕ ਮਾਰਦਾ ਫਿਰੇ, ਬਿੱਲੀਆਂ ਰਸਤਾ ਕੱਢਦੀਆਂ ਫਿਰ, ਸਿੱਖ ਨੂੰ ਨਹੀਂ ਪਰਵਾਹ। ਜਿਹੜੇ ਹੌਲੇ ਮਨ ਵਾਲੇ ਨੇ ਉਹਨਾਂ ਦੇ ਮਨ ਵਿੱਚ ਇਦਾਂ ਦੇ ਡਰ ਬੈਠੇ ਨੇ, ਉਹ ਅੰਦਰ ਦਾ ਡਰ ਹੀ ਉਹਨਾਂ ਦਾ ਨੁਕਸਾਨ ਕਰ ਜਾਂਦਾ। ਸਿੱਖ ਇਹਨਾਂ ਸ਼ਗਨਾਂ ਅਪਸ਼ਗਨਾਂ ਦੇ ਭਰਮਾਂ ਵਿੱਚ ਕਿਸੇ ਤਰੀਕੇ ਨਾਲ ਨਹੀਂ ਪੈਂਦਾ। ਸੋ ਇਸ ਤਰੀਕੇ ਦੀਆਂ ਕਈ ਪ੍ਰਕਾਰ ਦੀਆਂ ਗੱਲਾਂ ਜਿਹੜੀਆਂ ਸੀ ਉੱਥੇ ਆਲੇ ਦੁਆਲੇ ਦੇ ਵਿੱਚ ਜਦੋਂ ਸੁਲੀ ਖਾਨ ਚੜ੍ਹ ਕੇ ਚੱਲਿਆ, ਕਈ ਪ੍ਰਕਾਰ ਦੀਆਂ ਵਿਚਾਰਨਾ ਕਈਆਂ ਨੇ ਕੀਤੀਆਂ ਹਨ। ਮੈਂ ਕਿਆ ਚੱਲਿਓ ਜੁੱਧ ਕਿਤ ਕਰਬੇ। ਲੋਕਾਂ ਨੇ ਆ ਕੇ ਉਹਨੂੰ ਡਰਾਉਣਾ ਵੀ ਚਾਹਿਆ, ਤਾਂ ਸੁਲੀ ਖਾਂ ਕਹਿੰਦਾ ਕਿਹੋ ਜੀਆਂ ਗੱਲਾਂ, ਮੈਂ ਕਿਹੜਾ ਕਿਤੇ ਯੁੱਧ ਕਰਨ ਵਾਸਤੇ ਚੱਲਿਆ ਹਾਂ। ਜਿਸ ਤੇ ਆਸ ਸੰਸੈ ਤੁਮ ਧਰਬੇ। ਕਿਹੜਿਆਂ ਸ਼ੰਕਿਆਂ ਦੇ ਵਿੱਚ ਤੁਸੀਂ ਪਏ ਹੋਏ ਹੋ। ਆਪਣੇ ਦੇਸ਼ ਗਮਨ ਹਮ ਕੀਨ। ਮੈਂ ਤੇ ਆਪਣੇ ਦੇਸ਼ ਪੰਜਾਬ ਦੇਸ਼ ਵਿੱਚ ਜਿਹੜੀ ਧਰਤੀ ਤੇ ਮੁਗਲਾਂ ਦਾ ਹੀ ਸਾਰੇ ਪਾਸੇ ਰਾਜ ਭਾਗ ਹੈ, ਮੈਂ ਤੇ ਉਸ ਧਰਤੀ ਤੇ ਚੱਲਿਆ ਹਾਂ। ਸਗਰੋ ਅਹੈ ਰਿਪੁਨ ਤੇ ਹੀਨ। ਜਿਹੜਾ ਵੀ ਕੋਈ ਸਿਰ ਚੁੱਕਣ ਵਾਲਾ ਸੀ ਉਹਦੀਆਂ ਤੇ ਧੌਣਾਂ ਹੀ ਲਾ ਦਿੱਤੀਆਂ ਗਈਆਂ ਸਨ। ਕੋਈ ਇਹੋ ਜਿਹਾ ਦੁਸ਼ਮਣ ਨਹੀਂ ਹੈ ਜਿਸ ਇਲਾਕੇ 'ਚ ਮੈਂ ਚੱਲਿਆ ਕੋਈ ਕੁਸਕਣ ਵਾਲਾ ਬੋਲਣ ਵਾਲਾ ਮੈਨੂੰ ਨਜ਼ਰ ਨਹੀਂ ਆਉਂਦਾ ਹੈ। ਇੱਕ ਹਿੰਦੁਨ ਗੁਰ ਸੋ ਮਮ ਬੈਰ। ਬਸ ਇੱਕ ਹਿੰਦ ਦਾ ਗੁਰੂ ਹੈ ਜਿਹੜਾ ਸਾਰਾ ਹਿੰਦ ਜਿਨ੍ਹਾਂ ਨੂੰ ਗੁਰੂ ਕਰਕੇ ਪੂਜਦਾ ਹੈ, ਸਾਰੇ ਲੋਕ ਜਿਨ੍ਹਾਂ ਨੂੰ ਗੁਰੂ ਗੁਰੂ ਕਰਕੇ ਸਨਮਾਨ ਦੱਸ ਦਿੰਦੇ ਨੇ, ਬਸ ਮੇਰਾ ਕੇਵਲ ਉਹਦੇ ਨਾਲ ਹੀ ਇੱਕ ਵੈਰ ਹੈ। ਤਿਸ ਕੈ ਲਿਹੋ ਅਪਰ ਸਭ ਖੈਰ। ਬਸ ਉਹਨੂੰ ਪਕੜ ਲਵਾਂ। ਸੁਲੀ ਖਾਂ ਕਹਿੰਦਾ ਬਾਕੀ ਤੇ ਸਾਰੇ ਪਾਸੇ ਖੈਰ ਸੱਲਾ, ਸਾਰੇ ਪਾਸੇ ਸੁੱਖ ਹੈ, ਖੈਰ ਹੈ, ਮੈਂ ਤੇ ਉਹਨੂੰ ਪਕੜਨ ਵਾਸਤੇ ਹੀ ਚੱਲਿਆ ਹਾਂ। ਅਹੈ ਫਕੀਰਨ ਕੇ ਸਮ ਸੋਈ। ਉਹਦੇ ਬਾਰੇ ਸੁਣਿਆ ਹੈ, ਉਹ ਤੇ ਫਕੀਰਾਂ ਦੇ ਵਾਂਗੂ ਰਹਿੰਦਾ ਹੈ। ਭਾਵ ਕੋਈ ਕਿਸੇ ਪ੍ਰਕਾਰ ਦੀ ਫੌਜ ਆਦਿ ਉਹਦੇ ਕੋਲ ਨਹੀਂ ਹੈ। ਅਯੁੱਧ ਧਰਤਾ ਤੀਰ ਨਾ ਕੋਈ। ਕਿਸੇ ਪ੍ਰਕਾਰ ਦਾ ਸ਼ਸਤਰ ਆਦਿਕ ਵੀ ਉਹਦੇ ਕੋਲ ਨਹੀਂ ਹੈ। ਗੁਰੂ ਕੀ ਗੋਦ 'ਚ ਆਪ ਜੀ ਬੈਠੇ ਹੋ। ਯਤਨ ਕਰਕੇ ਇਹ ਇਤਿਹਾਸ ਦੇ ਵਿੱਚੋਂ ਕਈ ਨੁਕਤੇ ਮਿਲਦੇ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਸਤਰ ਚਲਾਉਣਾ ਜ਼ਰੂਰ ਜਾਣਦੇ ਸੀ, ਪਰ ਅਜੇ ਉਹਨਾਂ ਨੇ ਇਹ ਪੂਰਨ ਤੌਰ ਤੇ ਸਿੱਖਾਂ ਦੇ ਹੱਥ ਵਿੱਚ ਨਹੀਂ ਸੀ ਪਕੜਾਏ। ਪਹਿਲਾਂ ਸੰਤ ਦਾ ਰੂਪ ਬਣਾ ਕੇ ਫਿਰ ਸ਼ਸਤਰ ਪਕੜਾਏ। 5 ਪਾਤਸ਼ਾਹੀਆਂ ਨੇ ਸੰਤ ਦਾ ਸਰੂਪ, 6ਵੇਂ ਜਾਮੇ 'ਚ ਸੰਤ ਤੇ ਸਿਪਾਹੀ ਦਾ ਸੁਮੇਲ। ਸੰਤ ਦੇ ਹੱਥ ਵਿੱਚ ਪਕੜਿਆ ਹੋਵੇ ਸ਼ਸਤਰ, ਉਹਨੂੰ ਪਤਾ ਹੈ ਕਿਹਦੇ ਤੇ ਚੱਲਣਾ ਹੈ ਤੇ ਕਿਹਦੇ ਤੇ ਨਹੀਂ। ਆਮ ਬੰਦਾ ਪਕੜ ਲਏਗਾ, ਉਹਨੇ ਕੇਵਲ ਜ਼ੁਲਮ ਕਰਨਾ। ਸ਼ਸਤਰ ਪਕੜਾਇਆ ਪਹਿਲਾਂ ਸੰਤ ਬਣਾ ਕੇ, ਬਾਣੀ ਦੇ ਨਾਲ ਜੋੜ ਕੇ ਫਿਰ ਬਾਣਾ, ਇਹ ਦੋਵਾਂ ਚੀਜ਼ਾਂ ਦਾ ਸੁਮੇਲ ਕੀਤਾ। ਕੱਲਾ ਸੰਤ ਨਹੀਂ, ਸਿਪਾਹੀ ਵੀ ਹੈ, ਤੇ ਕੱਲਾ ਸਿਪਾਹੀ ਨਹੀਂ, ਸਿੱਖ ਸੰਤ ਵੀ। 6ਵੇਂ ਜਾਮੇ 'ਚ ਇਹਨੂੰ ਪ੍ਰਗਟ ਕੀਤਾ ਹੈ ਮੇਰੇ ਪਾਤਸ਼ਾਹ। 5ਵੇਂ ਜਾਮੇ ਸਤਿਗੁਰੂ ਸ਼ਸਤਰ ਚਲਾਉਣਾ ਜਾਣਦੇ ਸੀ। ਇੱਕ ਮਊ ਪਿੰਡ ਦੀ ਘਟਨਾ ਹੁੰਦੀ ਹੈ, ਜਦੋਂ ਸਹੁਰੇ ਪਿੰਡ ਵਿਆਹਣ ਵਾਸਤੇ ਗਏ, ਇਤਿਹਾਸਕਾਰਾਂ ਨੇ ਵੀ ਜ਼ਿਕਰ ਕੀਤਾ, ਪਿੰਡ ਦੇ ਲੋਕਾਂ ਨੇ ਸ਼ਰਾਰਤ ਕੀਤੀ ਸੀ ਕਿ ਸਾਡੇ ਪਿੰਡ ਦਾ ਰਿਵਾਜ ਹੈ ਜਿਹੜਾ ਲੜਕੀ ਨੂੰ ਵਿਆਹਣ ਵਾਸਤੇ ਆਉਂਦਾ ਹੈ ਤੇ ਜ਼ਮੀਨ ਤੇ ਦੱਬਿਆ ਹੋਇਆ ਜਿਹੜਾ ਕਿੱਲਾ ਹੈ, ਘੋੜੇ ਤੇ ਬੈਠਿਆ ਨੇਜੇ ਦੇ ਵਾਰ ਨਾਲ ਪੁੱਟਣਾ ਪੈਂਦਾ। ਪਰ ਸ਼ਰਾਰਤ ਇਹ ਕੀਤੀ ਕਿ ਜਿਹੜਾ ਕਿੱਲਾ ਸੀ ਉਹਦੀ ਥਾਂ ਤੇ ਦਰਖਤ ਨੂੰ ਉੱਪਰੋਂ ਵੱਢ ਕੇ ਜੜ੍ਹਾਂ ਜਿਹਦੀਆਂ ਅੰਦਰ ਸੀ ਉਹਨੂੰ ਕਿੱਲੇ ਦਾ ਰੂਪ ਦੇ ਦਿੱਤਾ ਗਿਆ। ਪਰ ਸਤਿਗੁਰੂ ਪਾਤਸ਼ਾਹ ਤੇ ਅਗੰਮ ਅਗਾਧ ਪੁਰਖ ਨੇ ਕਿਹੜਾ ਗੁਰੂ ਦੀ ਝਾਲ ਚੱਲ ਸਕਦਾ। ਘੋੜੇ ਤੇ ਬੈਠੇ, ਹੱਥ ਵਿੱਚ ਨੇਜਾ ਪਕੜਿਆ, ਇੱਕੋ ਵਾਰ ਕੀਤਾ ਤੇ ਜੜ੍ਹਾਂ ਸਮੇਤ ਉਹ ਕਿੱਲੇ ਨੂੰ ਪੁੱਟ ਕੇ ਬਾਹਰ ਕਰ ਦਿੱਤਾ। ਇਹ ਘੋੜੇ ਤੇ ਬੈਠ ਕੇ ਇਸ ਤਰੀਕੇ ਨਾਲ ਸ਼ਸਤਰ ਉਹੀ ਚਲਾ ਸਕਦਾ ਹੈ ਜਿਹੜਾ ਸ਼ਸਤਰਾਂ ਦਾ ਪੂਰਨ ਤੌਰ ਤੇ ਅਭਿਆਸੀ ਹੋਵੇ। ਪਰ ਸਤਿਗੁਰਾਂ ਕੋਲ ਇੱਕ ਵਾਰ ਭਾਈ ਜੈਤਾ ਜੀ ਤੇ ਭਾਈ ਸ਼ਿੰਗਾਰੂ ਨਾਮ ਦੇ ਸਿੱਖ ਨੇ ਪੁੱਛਿਆ, ਸਤਿਗੁਰੂ ਸ਼ਸਤਰ ਕਿਉਂ ਨਹੀਂ ਧਾਰਨ ਕਰਦੇ? ਕਹਿੰਦੇ ਧਾਰਨ ਕਰਾਂਗੇ 6ਵੇਂ ਜਾਮੇ ਵਿੱਚ, ਉਦੋਂ ਸ਼ਬਦ ਨਾਲ ਵੀ ਪ੍ਰੀਤ ਪਾਵਾਂਗੇ ਤੇ ਸ਼ਸਤਰ ਨਾਲ ਪ੍ਰੀਤ ਪਾ ਕਰਕੇ ਮੀਰ ਦੀ ਮੀਰੀ ਖਿੱਚ ਲਾਂਗੇ ਤੇ ਸ਼ਬਦ ਨਾਲ ਪ੍ਰੀਤ ਪਾ ਕੇ
ਪੀਰ ਦੀ ਪੀਰੀ ਖਿੱਚ ਲਵਾਂਗੇ। 6ਵੇਂ ਜਾਮੇ 'ਚ ਧਾਰਨ ਕਰਨ ਦਾ ਇਸ਼ਾਰਾ ਪਹਿਲਾਂ ਵੀ ਸਤਿਗੁਰਾਂ ਨੇ ਦਿੱਤਾ। ਸੋ ਇੱਧਰ ਇਹ ਸੁਲੀ ਖਾਂ ਜਾਣਦਾ ਹੈ ਕਿ ਸਤਿਗੁਰੂ ਕੋਈ ਸ਼ਸਤਰ ਆਦਿਕ ਆਪਣੇ ਕੋਲ ਨਹੀਂ ਰੱਖਦੇ, ਕੋਈ ਕਿਸੇ ਪ੍ਰਕਾਰ ਦੀ ਉਹਨਾਂ ਕੋਲ ਫੌਜ ਨਹੀਂ, ਕੇਵਲ ਫਕੀਰ ਹੀ ਹਨ। ਪ੍ਰਥਮ ਸਖਾ ਸੋ ਮਿਲ ਹਉ ਆਪਣੇ। ਕਿ ਪਹਿਲਾਂ ਮੈਂ ਜੇ ਗੁਰੂ ਸਾਹਿਬ ਨੂੰ ਪਕੜਨ ਵਾਸਤੇ ਗਿਆ ਤੇ ਬਹੁਤਾ ਮੈਨੂੰ ਕੋਈ ਜੰਗ ਕਰਨ ਦੀ ਲੋੜ ਨਹੀਂ ਹੈ, ਕੋਈ ਬਹੁਤੀ ਵੱਡੀ ਫੌਜ ਮੇਰੇ ਕੋਲ ਹੈ ਕੋਈ ਨਹੀਂ। ਇਸ ਕਰਕੇ ਮੈਂ ਉਹਨਾਂ ਤੋਂ ਜਾਣ ਤੋਂ ਪਹਿਲਾਂ ਆਪਣੇ ਮਿੱਤਰ ਪ੍ਰਿਥੀ ਚੰਦ ਨੂੰ ਜਾ ਕਰਕੇ ਮਿਲਾਂਗਾ। ਦੇਸ਼ ਵਿਖੇ ਮੁਝ ਤਰਾਸ ਨਾ ਸੁਪਨੇ। ਪੂਰੇ ਦੇਸ਼ ਦੇ ਵਿੱਚ ਕਿਸੇ ਪ੍ਰਕਾਰ ਦਾ ਮੈਨੂੰ ਕੋਈ ਡਰ ਨਹੀਂ, ਬਲਕਿ ਲੋਕ ਮੁਗਲ ਹਾਕਮਾਂ ਦੇ ਨਾਂ ਤੋਂ ਥਰ-ਥਰ ਕੰਬਦੇ ਹਨ। ਤੇ ਜਦੋਂ ਕੋਈ ਪਤਾ ਲੱਗ ਜੇ ਮੁਗਲਾਂ ਦੀ ਫੌਜ ਹੈ, ਕੋਈ ਅਹਿਲਕਾਰ ਹੈ, ਲੋਕ ਤੇ ਝੁਕ ਕੇ ਸਲਾਮਾਂ ਕਰਦੇ ਨੇ। ਮੈਨੂੰ ਇਸ ਕਰਕੇ ਉਸ ਦੇਸ਼ ਇਲਾਕੇ 'ਚ ਜਾਣ ਲੱਗਿਆ ਮੈਨੂੰ ਕੋਈ ਡਰ ਨਹੀਂ ਹੈ। ਪੁਨ ਮਾਝੇ ਤੇ ਲੈ ਧਨ ਕਨੋ। ਇਸ ਤਰ੍ਹਾਂ ਸੁਲੀ ਖਾਂ ਨਾਲ ਦਿਆਂ ਨੂੰ ਕਹਿੰਦਾ ਮੈਂ ਚੜ ਕੇ ਚੱਲਿਆ ਪੰਜਾਬ ਵਿੱਚ, ਤੇ ਪੰਜਾਬ ਦਾ ਜਿਹੜਾ ਵਿਚਕਾਰਲਾ ਮਾਝੇ ਦਾ ਇਲਾਕਾ ਹੈ ਉੱਥੇ ਜਾ ਕੇ ਮਾਮਲਾ ਬਹੁਤ ਸਾਰਾ ਧਨ ਇਕੱਠਾ ਕਰਾਂਗਾ। ਚਾਹੋ ਸੋ ਗਹੋ ਵਿਖੇ ਕਿਦੋਂ ਤਿਸ ਹਨੋ। ਜਿਹਨੂੰ ਚਾਹਵਾਂ ਪਕੜ ਸਕਦਾ ਹਾਂ, ਜਿੱਥੋਂ ਮਰਜੀ ਜਿੰਨਾ ਮਰਜੀ ਧਨ ਮੈਂ ਇਕੱਠਾ ਕਰ ਸਕਦਾ ਹਾਂ। ਸ਼ਾਹ ਸਮੀਪ ਸਹਾਇਕ ਮੇਰਾ। ਤੇ ਜਦੋਂ ਜਾ ਕੇ ਮੈਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਵੀ ਗ੍ਰਿਫਤਾਰ ਕਰ ਲਵਾਂਗਾ। ਦੂਸਰੇ ਪਾਸੇ ਅਗਰ ਕੋਈ ਬਾਦਸ਼ਾਹ ਤੱਕ ਗੱਲ ਵੀ ਪਹੁੰਚਾਏ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਮੇਰਾ ਪੱਖ ਪੂਰਨ ਵਾਲਾ ਵੀ ਹੈ। ਚੰਦੂ ਬਲੀ ਦੀਵਾਨ ਵਡੇਰਾ। ਜਿਹੜਾ ਚੰਦੂ ਸ਼ਾਹ ਹੈ ਬੜਾ ਵੱਡਾ ਦੀਵਾਨ ਹੈ, ਬੜਾ ਮੇਰੀ ਸਹਾਇਤਾ ਕਰਨ ਵਾਲਾ ਹੈ। ਉਹ ਬਾਦਸ਼ਾਹ ਦੇ ਕੋਲ ਦਰਬਾਰ ਦੇ ਵਿੱਚ ਮੇਰੇ ਵੱਲੋਂ ਹੋ ਕੇ ਮੇਰਾ ਪੱਖ ਪੂਰੇਗਾ। ਮੈਂ ਅਪਸ਼ਗਨ ਵਿਚਾਰੋ ਕੈਸੇ। ਇਸ ਕਰਕੇ ਮੈਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ, ਕੋਈ ਘਬਰਾਹਟ ਨਹੀਂ ਹੈ ਪੰਜਾਬ ਵਿੱਚ ਜਾਣ ਸੰਬੰਧੀ। ਕੋ ਹੋਏ ਸਨਮੁਖ ਲਖੋ ਨ ਐਸੇ। ਇਸ ਕਰਕੇ ਮੇਰੇ ਤੇ ਸਾਹਮਣੇ ਵੀ ਖਲੋਣ ਵਾਲਾ ਕੋਈ ਨਹੀਂ ਹੈ, ਇਹ ਮੈਂ ਜਾਣਦਾ ਹਾਂ। ਇਸ ਤਰੀਕੇ ਨਾਲ ਜਾਣ ਕਰਕੇ ਹੀ ਮੈਂ ਫੌਜ ਲੈ ਕੇ ਪੰਜਾਬ ਚੱਲਿਆ ਹਾਂ। ਇਮ ਕਹਿ ਸਨੇ ਸਨੇ ਮਗ ਚੱਲ। ਇਸ ਤਰੀਕੇ ਨਾਲ ਕਹਿ ਕੇ ਫੌਜ ਲੈ ਕਰਕੇ ਹੌਲੀ ਹੌਲੀ ਗੁਰੂ ਕੀ ਨਗਰੀ ਵਾਲੇ ਪਾਸੇ ਨੂੰ ਵਧਣ ਦੀਆਂ ਤਿਆਰੀਆਂ ਇਹ ਸੁਲੀ ਖਾਂ ਨੇ ਕੀਤੀਆਂ ਹਨ। ਦੁਸ਼ਟ ਹਿਰਦੇ ਹੰਕਾਰ ਵਿਸਾਲਾ। ਜਿਹੜਾ ਪਾਪੀ ਜਿਹਦੇ ਅੰਦਰ ਅੱਤ ਦਾ ਹੰਕਾਰ ਭਰਿਆ ਹੋਇਆ ਹੈ, ਹੰਕਾਰ ਦੇ ਵਿੱਚ ਮਸਤ ਹੋ ਕੇ ਚੱਲ ਪਿਆ ਜੀ। ਪੁੱਤਰ ਸਖਾ ਸਭ ਸੰਗ ਲਏ ਹੈ। ਆਪਣਾ ਪੁੱਤਰ ਆਪਣੇ ਮਿੱਤਰ ਫਿਰ ਫੌਜ ਸਾਰੀ ਇਕੱਠੀ ਕਰਕੇ ਨਾਲ ਚੱਲਿਆ ਹੈ। ਦਿਵਸ ਚਲੇ ਥਿਰ ਨਿਸਾ ਭਏ ਹੈ। ਦਿਨੇ ਚੱਲਦਾ ਹੈ, ਰਾਤ ਦੇ ਸਮੇਂ ਵਿਸ਼ਰਾਮ ਕਰਦਾ ਹੈ, ਜਿੱਥੇ ਕਿੱਥੇ ਲੋਕ ਦਾ ਸਤਿਕਾਰ ਕਰਦੇ ਹਨ। ਗਮਨਤ ਮਗ ਸਗਰੋ ਉਲੰਘਿਓ। ਇਸ ਤਰੀਕੇ ਨਾਲ ਥੋੜੇ ਕੁ ਦਿਨਾਂ ਵਿੱਚ ਰਸਤੇ ਪੈਂਡੇ ਤੈਅ ਕਰਦਿਆਂ ਇਹ ਅੱਗੇ ਵੱਧਦਾ ਜਾ ਰਿਹਾ ਹੈ। ਕੋਠੇ ਗ੍ਰਾਮ ਦਿਸ਼ਾ ਸੰਭਾਇਓ। ਇਸ ਤਰ੍ਹਾਂ ਚੱਲਦਿਆਂ ਕੋਠੇ ਪਿੰਡ ਜਿਹੜਾ ਮਾਲਵੇ ਦੇ ਇਲਾਕੇ ਵਿੱਚ ਕਵੀ ਜੀ ਨੇ ਜ਼ਿਕਰ ਕੀਤਾ ਹੈ, ਕੋਠਾ ਗੁਰੂ ਕਰਕੇ ਵੀ ਜਾਣਦੇ ਨੇ ਲੋਕ। ਉਹ ਪਿੰਡ ਦੇ ਵਿੱਚ ਉਸ ਦੇ ਨੇੜੇ ਜਦੋਂ ਥੋੜਾ ਜਿਹਾ ਪਹਿਲਾਂ ਪਹੁੰਚਿਆ ਹੈ। ਏਕ ਮਜਲ ਨਰ ਪਠਿਓ ਅਗਾਰੀ। ਇੱਕ ਮਜਲ ਭਾਵ ਕਿ ਇੱਕ ਦਿਨ ਦਾ ਸਫ਼ਰ ਅਜੇ ਰਹਿੰਦਾ ਹੈ, ਅਜੇ ਇੱਕ ਦਿਨ ਹੋਰ ਲੱਗਣਾ ਸੀ ਤੇ ਇੱਕ ਦਿਨ ਦਾ ਅਜੇ ਇੱਕ ਮੰਜ਼ਿਲ ਦਾ ਹੋਰ ਸਫ਼ਰ ਜਿਹੜਾ ਸੀ ਅੱਗੇ ਰਹਿੰਦਾ ਸੀ। ਪ੍ਰਿਥਿਓ ਕੋ ਸੁਧ ਜਾਏ ਉਚਾਰੀ। ਇਹਨੇ ਆਪਣੇ ਵੱਲੋਂ ਇੱਕ ਖਬਰ ਚ ਹੀ ਭੇਜਿਆ ਕਿ ਜਾ ਕੇ ਪ੍ਰਿਥੀ ਚੰਦ ਨੂੰ ਸਾਰੀ ਖਬਰ ਦੱਸਣੀ ਕਰ। ਸੁਲਹੀ ਸਖਾ ਤੋਹੇ ਚੱਲ ਆਇਓ। ਕਿ ਤੇਰਾ ਮਿੱਤਰ ਜਿਹੜਾ ਸਖਾ ਹੈ ਸੁਲੀ ਖਾਂ ਇਹ ਚੱਲ ਕੇ ਆਇਆ। ਇਹ ਕੋਠਾ ਪਿੰਡ ਅਸਲ ਦੇ ਵਿੱਚ ਬਾਬਾ ਪ੍ਰਿਥੀ ਚੰਦ ਜੀ ਦੇ ਪਰਿਵਾਰ ਦੇ ਵਿੱਚੋਂ ਹੀ ਅੱਗੇ ਜਾ ਕਰਕੇ ਵਸਾਇਆ ਗਿਆ ਹੈ। ਸੋਢੀ ਕੌਲ ਦੇ ਨਾਂ ਤੇ ਉਹਦੇ ਵੱਲੋਂ ਇਹ ਵਸਾਇਆ। ਇਹਦੇ ਵਿੱਚ ਗਿਆਨੀ ਗਿਆਨ ਸਿੰਘ ਤੇ ਪੰਥਕ ਵਿਦਵਾਨਾਂ ਦੀ ਵੀ ਇਹ ਰਾਏ ਹੈ ਕਿ ਇੱਕ ਪਿੰਡ ਹੇਹਰ ਸੀਗਾ ਬਾਬਾ ਪ੍ਰਿਥੀ ਚੰਦ ਜੀ ਦਾ ਜਿਹੜਾ ਲਾਹੌਰ ਦੇ ਨੇੜੇ। ਦੂਸਰਾ ਮਤ ਇਹ ਕੋਠੇ ਪਿੰਡ ਬਾਰੇ। ਇਹਨਾਂ ਦੋਵਾਂ ਪਿੰਡਾਂ ਦਾ ਜ਼ਿਕਰ ਬਾਬੇ ਪ੍ਰਿਥੀ ਚੰਦ ਜੀ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ। ਇੱਥੇ ਕਵੀ ਜੀ ਨੇ ਕੋਠੇ ਪਿੰਡ ਦੇ ਨਾਲ ਸੰਬੰਧਿਤ ਇਹ ਇਤਿਹਾਸ ਦੇ ਵਿੱਚ ਖਾਸ ਕਰਕੇ ਜ਼ਿਕਰ ਕੀਤਾ ਹੈ ਕਿ ਇੱਥੇ ਨੇੜੇ ਹੀ ਹੁਣ ਜਦੋਂ ਪ੍ਰਿਥੀ ਚੰਦ ਦੇ ਪਿੰਡ ਦੇ ਲਾਗੇ ਪਹੁੰਚ ਗਿਆ ਤੇ ਸੁਲੀ ਖਾਂ ਨੇ ਆ ਕਰਕੇ ਖਬਰ ਦੱਸੀ, ਆਪਣਾ ਖਬਰ 'ਚ ਹੀ ਭੇਜਿਆ ਕਿ ਜਾ ਕਰਕੇ ਦੱਸੋ ਪ੍ਰਿਥੀ ਚੰਦ ਨੂੰ
ਕਿ ਤੇਰਾ ਮਿੱਤਰ ਜਿਹੜਾ ਸਖਾ ਹੈ ਉਹ ਬੜੀ ਦੂਰੋਂ ਚੱਲ ਕੇ ਤੇਰੇ ਪਿੰਡ ਦੇ ਨੇੜੇ ਪਹੁੰਚ ਗਿਆ ਹੈ। ਮਿਲਨ ਹੇਤ ਹੇਰੋ ਲਲਚਾਹਿਓ। ਤੇ ਮਿਲਣ ਵਾਸਤੇ ਤੈਨੂੰ ਉਹਦਾ ਦਿਲ ਬੜਾ ਉਤਾਵਲਾ ਹੈ, ਛੇਤੀ ਨਾਲ ਆਪਾਂ ਮਿਲ ਪਈਏ। ਸੁਨ ਫੂਲਿਓ ਜਨ ਗੁਰਤਾ ਪਾਈ। ਇੱਧਰ ਪ੍ਰਿਥੀ ਚੰਦ, ਬਾਬੇ ਪ੍ਰਿਥੀ ਚੰਦ ਨੂੰ ਖਬਰ ਪਹੁੰਚੀ ਕਿ ਸੁਲੀ ਖਾਂ ਫੌਜ ਲੈ ਕੇ ਪਹੁੰਚ ਗਿਆ। ਕੱਲ ਤੱਕ ਉਹਨੇ ਇੱਕ ਮੰਜ਼ਿਲ ਹੋਰ ਤੈਅ ਕਰਕੇ ਮੇਰੇ ਤੱਕ ਪਹੁੰਚ ਜਾਣਾ। ਏਡਾ ਖੁਸ਼ ਹੋ ਗਿਆ ਸੁਲੀ ਖਾਂ ਦੇ ਨਾਂ ਤੇ, ਜਿਵੇਂ ਮਨ ਉਹਨੇ ਗੁਰਤਾ ਗੱਦੀ ਪ੍ਰਾਪਤ ਕਰ ਲਈ। ਉਹ ਇਹੋ ਜੀ ਖੁਸ਼ੀ ਦੇ ਵਿੱਚ ਉਛਲ ਪਿਆ। ਅਬ ਮੇਰੋ ਦੇ ਕਾਮ ਬਨਾਈ। ਮਨ ਵਿੱਚ ਸੋਚਾਂ ਸੋਚਦਾ ਹੈ, ਹੁਣ ਤੇ ਮੇਰੇ ਕੰਮ ਬਿਲਕੁਲ ਜ਼ਰੂਰ ਬਾਣੀ ਜਾਣਗੇ, ਹੁਣ ਨਹੀਂ ਮੇਰਾ ਕੋਈ ਕੰਮ ਰੁਕ ਸਕਦਾ। ਸਕਲ ਭਾਂਤ ਕੀ ਠਾਨਸ ਤਿਆਰੀ। ਇਸ ਤਰੀਕੇ ਦੇ ਨਾਲ ਉਹਨੇ ਸਾਰੀਆਂ ਤਿਆਰੀਆਂ ਕੀਤੀਆਂ ਹਨ, ਜਾ ਕੇ ਕਿ ਮੈਂ ਸਵਾਗਤ ਕਰਾਂ ਸੁਲੀ ਖਾਨ ਦਾ। ਤ੍ਰਿਣ ਅਰ ਅੰਨ ਸੰਚ ਕਰ ਭਾਰੀ। ਜਿਹੜਾ ਅੰਨ ਦਾਣਾ ਪੱਠਾ ਘੋੜਿਆਂ ਵਾਸਤੇ, ਪਸ਼ੂਆਂ ਵਾਸਤੇ ਤੇ ਫੌਜ ਵਾਸਤੇ ਘਿਓ ਆਦਿਕ ਰਸਦਾਂ ਬਸਦਾਂ, ਇਹ ਸਾਰੀਆਂ ਇਕੱਠੀਆਂ ਕੀਤੀਆਂ ਬਾਬਾ ਪ੍ਰਿਥੀ ਚੰਦ ਵੱਲੋਂ। ਨਿਸਕੋ ਜਾਗਤ ਰਹਿਓ ਆਨੰਦਤ। ਰਾਤ ਦੇ ਸਮੇਂ ਵੀ ਬਰੜਾ ਕੇ ਇਹੀ ਸੋਚਦਾ ਹੈ, ਹੁਣ ਤੇ ਮੇਰਾ ਕੰਮ ਹੋ ਗਿਆ। ਕਿਉਂਕਿ ਜੋ ਦਿਨੇ ਸੋਚਦਾ ਹੈ ਸੁਪਨੇ 'ਚ ਵੀ ਉਹੀ ਬਰੜਾਉਂਦਾ ਹੈ। ਆ ਗੁਰੂ ਕੀ ਗੋਦ 'ਚ ਬੈਠੇ ਆ, ਜੋ ਮੁੱਖ ਦੇ ਵਿੱਚ ਉਹ ਸੁਪਨੇ ਵਿੱਚੋਂ ਬੋਲ ਨਿਕਲਦੇ ਆ, ਜਿਹੜਾ ਦਿਨੇ ਚਿਤਵਨਾ ਚਿਤਵਦਾ ਰਵੇ। ਤੇ ਭਗਤ ਕਬੀਰ ਜੀ ਦੇ ਕਹਿੰਦੇ ਕਿਤੇ ਸੁਪਨੇ 'ਚ ਬਰੜਾਉਂਦਿਆਂ ਕਿਤੇ ਰੱਬ ਚੇਤੇ ਆ ਜੇ ਨਾ। ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪੰਨ ਹੀ ਮੇਰੇ ਤਨ ਕੋ ਚਾਮ। ਕਿਤੇ ਉਹਦੇ ਪੈਰਾਂ ਦੀ ਜੁੱਤੀ ਵਾਸਤੇ ਮੈਂ ਆਪਣਾ ਤਨ ਜਿਹੜਾ ਚਮੜੇ ਦੇ ਰੂਪ ਵਿੱਚ ਹਾਜ਼ਰ ਕਰਾਂ। ਕਿਤੇ ਸੁਪਨੇ ਵਿੱਚ ਰੱਬ ਤੇ ਬੋਲਿਆ ਜਾਵੇ, ਕਿਤੇ ਵਾਹਿਗੁਰੂ ਮੁਖ ਚੋਂ ਨਿਕਲੇ, ਕਿਤੇ ਰਾਮ ਰਾਮ, ਕਿਤੇ ਅੱਲਾ ਅੱਲਾ, ਕਿਤੇ ਪਰਮੇਸ਼ਰ ਦਾ ਨਾਮ ਮੁਖ ਤੋਂ ਨਿਕਲੇ। ਬਹੁਤ ਵਿਰਲੇ ਨੇ ਜਿਨ੍ਹਾਂ ਦੀ ਦਿਨੇ ਸੁਰਤ ਰੱਬ ਦੇ ਨਾਮ 'ਚ ਹੈ, ਉਹ ਸੁਪਨੇ ਵਿੱਚ ਵੀ ਬਰੜਾ ਕੇ ਰੱਬ ਬੋਲਣਗੇ। ਪਰ ਜਿਨ੍ਹਾਂ ਦੀ ਜਿੱਧਰ ਸੁਰਤ ਦਿਨੇ ਜੁੜੀ ਰਹਿੰਦੀ ਹੈ, ਸੁਪਨੇ 'ਚ ਵੀ ਉਹੀ ਚੀਜ਼ਾਂ ਚੱਲਦੀਆਂ। ਇਹ ਸਾਰੀ ਰਾਤ ਇਹੋ ਹੀ ਬਰੜਾਉਂਦਾ ਰਿਹਾ ਕਿ ਮੈਂ ਤੇ ਹੁਣ ਗੁਰਗੱਦੀ ਪ੍ਰਾਪਤ ਕਰ ਲਾਂਗਾ। ਬੜਾ ਖੁਸ਼ ਹੈ ਪ੍ਰਿਥੀ ਚੰਦ। ਬੋਲਤ ਕਰਤ ਉਡੀਕ ਬਿਲੰਦਤ। ਇਦਾਂ ਬਰੜਾਉਂਦਿਆਂ ਰਾਤ ਬਤੀਤ ਹੋ ਗਈ ਹੈ। ਬੜਾ ਖੁਸ਼ ਸਵੇਰ ਇਸ ਤਰ੍ਹਾਂ ਜਦੋਂ ਹੋਈ ਹੈ ਕਿ ਹੁਣ ਛੇਤੀ ਮੇਰਾ ਸੁਲਹੀ ਨਾਲ ਮੇਲ ਹੋਵੇਗਾ। ਭਈ ਪ੍ਰਾਤ ਸੁਲਹੀ ਢਿਗ ਆਇਓ। ਸੋ ਦਿਨ ਚੜਿਆ ਹੈ, ਰਾਤ ਕਿਸੇ ਤਰੀਕੇ ਨਾਲ ਬਤੀਤ ਹੋਈ। ਸੁਲੀ ਖਾਂ ਜਿਹੜਾ ਹੈ ਇਹਦੇ ਨਗਰ ਬਾਬੇ ਪ੍ਰਿਥੀ ਚੰਦ ਦੇ ਪਿੰਡ ਪਹੁੰਚ ਗਿਆ। ਸੁਨ ਕਰ ਆਗੇ ਲੈਨ ਸਦਾਇਓ। ਬਾਬਾ ਪ੍ਰਿਥੀ ਚੰਦ ਅੱਗੋਂ ਲੈਣ ਵਾਸਤੇ, ਸੁਲੀ ਖਾਨ ਦਾ ਸਤਿਕਾਰ ਕਰਨ ਵਾਸਤੇ ਅਗਲਵਾਂਡੀ ਹੋ ਕੇ ਪਹੁੰਚਦੇ ਹਨ। ਕੀਚਤ ਮਾਨਵ ਲੀਨੇ ਸੰਗ। ਬਹੁਤ ਸਾਰੇ ਬੰਦੇ ਆਪਣੇ ਨਾਲ ਲੈ ਲਏ ਹਨ ਅੱਗੋਂ ਬਾਬਾ ਪ੍ਰਿਥੀ ਚੰਦ ਨੇ ਮਿਲਣ ਵਾਸਤੇ। ਮਿਲਿਓ ਜਾਏ ਕਰ ਧਰੇ ਉਮੰਗ। ਬੜੀ ਖੁਸ਼ੀ ਤੇ ਚਾਵਾਂ ਦੇ ਨਾਲ ਜਾ ਕੇ ਸੁਲੀ ਖਾਨ ਨੂੰ ਬਾਬਾ ਪ੍ਰਿਥੀ ਚੰਦ ਮਿਲਦੇ ਹਨ। ਦੋਨੋਂ ਉੱਤਰ ਗਲੇ ਸੋ ਲਾਗੇ। ਆਪਣੇ ਘੋੜਿਆਂ ਤੋਂ ਉਤਰ ਕੇ ਇੱਕ ਦੂਜੇ ਨੂੰ ਗਲ ਵਕੜੀ ਵਿੱਚ ਲੈ ਕੇ ਬੜੇ ਘੁੱਟ ਕੇ ਮਿਲਦੇ ਨੇ, ਜਿਵੇਂ ਬੜੇ ਵਿਛੜੇ ਚਿਰਾਂ ਦੇ ਮਿਲੇ ਹੋਣ। ਬੂਝਤ ਕੁਸ਼ਲ ਹਿਰਦੇ ਅਨੁਰਾਗੇ। ਦਿਲ ਵਿੱਚ ਭਾਵੇਂ ਦੋਵੇਂ ਕਪਟੀ ਨੇ, ਪਰ ਕਪਟੀ ਆਪਣੇ ਕਪਟੀਆਂ ਦੀ ਕਪਟੀਆਂ ਨਾਲ ਬਣਦੀ, ਚੋਰ ਦੀ ਚੋਰਾਂ ਨਾਲ ਰਲ ਜਾਂਦੀ ਹੈ। ਤੁਰਦੇ ਕੋ ਤੁਰਦਾ ਮਿਲੇ, ਉਡਤੇ ਕੋ ਉਡਤਾ ਵਾਲੀ ਕਲਾ ਹੈ। ਜਿਹੋ ਜਿਹਾ ਸੁਭਾਅ ਹੋਵੇ, ਫਿਰ ਨਸ਼ਾ ਕਰਨ ਵਾਲੇ ਨਸ਼ੇੜੀਆਂ ਨੂੰ ਨਸ਼ੇੜੀਆਂ ਦਾ ਸੰਗ ਚੰਗਾ ਲੱਗਦਾ ਹੈ, ਚੋਰਾਂ ਨੂੰ ਚੋਰਾਂ ਦਾ ਸੰਗ ਚੰਗਾ ਲੱਗਦਾ ਹੈ, ਚੁਗਲ ਨਿੰਦਕ ਹੋਣ ਉਹਨਾਂ ਨੂੰ ਉਹੋ ਜਿਹਾਂ ਦਾ ਸੰਗ ਮਿਲਦਾ ਚੰਗਾ ਲੱਗਦਾ ਹੈ। ਤੇ ਜਿਹੜੇ ਗੁਰਮੁਖ ਗੁਰੂ ਦੇ ਪਿਆਰ ਵਾਲੇ ਹੋਣ ਤੁਹਾਡੇ ਵਰਗੇ, ਉਹਨਾਂ ਨੂੰ ਤੇ ਗੁਰੂ ਕਾ ਸੰਗ, ਸ਼ਬਦ ਦਾ ਸੰਗ, ਨਾਮ ਦਾ ਸੰਗ ਚੰਗਾ ਲੱਗਦਾ ਹੈ, ਗੁਰੂ ਕੀ ਸੰਗਤ ਚੰਗੀ ਲੱਗਦੀ। ਜਿਹੋ ਜਿਹਾ ਸੁਭਾਅ ਉਹ ਉਹੋ ਜਿਹੇ ਬੰਦੇ ਲੱਭ ਲੈਂਦੇ ਨੇ। ਤੇ ਗੁਰਸਿੱਖ ਇਹੋ ਜਿਹੇ ਥਾਂ ਲੱਭ ਲੈਂਦੇ ਨੇ, ਕਿੱਥੇ ਦੀਵਾਨ ਸੱਜਣੇ ਨੇ, ਕਿੱਥੇ ਸਮਾਗਮ ਹੋਣੇ ਨੇ, ਕਿੱਥੇ ਕੀਰਤਨ ਹੋਏਗਾ, ਕਿੱਥੇ ਹਰਕੀਆਂ ਕਥਾ ਕਹਾਣੀਆਂ ਹੋਣੀਆਂ ਨੇ, ਉਹ ਲੱਭ ਕੇ ਉਹਨਾਂ ਥਾਵਾਂ ਤੇ ਪਹੁੰਚ ਜਾਂਦੇ ਨੇ। ਹੁਣ ਇਹ ਜਿਹੋ ਜਿਹੇ ਕਪਟੀ ਹਨ, ਇੱਕ ਦੂਜੇ ਨੂੰ ਮਿਲ ਕੇ ਬੜੇ ਖੁਸ਼ ਹੋ ਰਹੇ ਹਨ। ਹਰਕ ਪਰਸਪਰ ਮਿਲ ਕਰ ਕੀਨੋ। ਬੜੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ, ਇੱਕ ਦੂਜੇ ਨੂੰ ਮਿਲ ਕੇ ਬੜੀਆਂ ਇੱਕ ਦੂਜੇ ਦੇ ਪ੍ਰਤੀ ਆਪਣੇ ਮਨ ਦੀਆਂ ਗੱਲਾਂ ਕਰਦੇ ਹਨ। ਪੁਨ ਪ੍ਰਿਥੀਏ ਆਸ਼ਿਕ ਗਨ ਦੀਨੋ। ਫਿਰ ਬਾਬਾ ਪ੍ਰਿਥੀ ਚੰਦ ਕਿਉਂਕਿ ਗੁਰੂ ਹੋਣ ਦਾ ਦਾਵਾ ਵੀ ਨਾਲ ਕਰਦੇ ਸਨ ਆਪਣੇ ਵੱਲੋਂ, ਇਸ ਕਰਕੇ ਬਾਬਾ ਪ੍ਰਿਥੀ ਚੰਦ ਇੱਕ ਤੇ ਮਿੱਤਰ ਬਣ ਕੇ ਸੁਲੀ ਖਾਂ ਆਇਆ। ਫਿਰ ਉਹਨੂੰ ਨਾਲ ਆਪਣਾ ਦਾਵਾ ਕਰਦੇ ਹੋਏ ਕਿ ਮੈਂ ਅਸਲ ਗੁਰੂ ਹਾਂ, ਵੱਡਾ ਸੀਗਾ,
ਇਸ ਕਰਕੇ ਉਹਨੂੰ ਅਸੀਸ ਦੇ ਕੇ ਆਸ਼ੀਰਵਾਦ ਦੇ ਰੂਪ ਵਿੱਚ ਇਦਾਂ ਬੋਲ ਵੀ ਕਹਿੰਦੇ ਹਨ ਸਤਿਗੁਰ ਕਰਹਿ ਮਰਾਤਬ ਊਚੋ ਕਿ ਸਤਿਗੁਰੂ ਤੇਰਾ ਮਰਾਤਬਾ ਉੱਚਾ ਕਰਨ। ਵਧੋ ਮਿਲਿਓ ਜੋ ਤੁਮ ਮਨ ਰੂਚੋ ਉਹ ਦਿਨ ਰਾਤ ਵਧੇ, ਤੇਰਾ ਵਾਧਾ ਹੋਵੇ ਕਾਰਜਾਂ ਵਿੱਚ, ਵਡਿਆਈਆਂ ਮਿਲਣ, ਜੋ ਤੇਰੇ ਮਨ ਦੀਆਂ ਇੱਛਾਵਾਂ ਨੇ ਉਹ ਪੂਰੀਆਂ ਹੋਣ। ਇਦਾਂ ਦੀਆਂ ਅਸੀਸਾਂ ਦਿੰਦੇ ਆ ਆਪਣੇ ਵੱਲੋਂ। ਮਨ 'ਚ ਕਪਟ ਹੈ ਪਰ ਮੁੱਖੋਂ ਨੂੰ ਖੁਸ਼ ਕਰਨ ਵਾਸਤੇ ਬਾਬਾ ਪ੍ਰਿਥੀ ਚੰਦ ਸੁਲੀ ਖਾਂ ਨੂੰ ਇਦਾਂ ਦੇ ਬਚਨਾਂ ਰਾਹੀਂ ਅਸੀਸਾਂ ਦਿੰਦੇ ਹਨ। ਸਦਾ ਸਹਾਏ ਅੰਗ ਸੰਗ ਰਹੈ ਗੁਰੂ ਸਦਾ ਤੇਰੇ ਅੰਗ ਸੰਗ ਸਹਾਇਕ ਰਵੇ। ਸ਼ਾਹ ਖੁਸ਼ੀ ਕਰ ਕਰ ਚਿਤ ਚਾਹੈ ਬਾਦਸ਼ਾਹ ਤੇਰੇ ਤੇ ਸਦਾ ਖੁਸ਼ ਹੋਵੇ। ਇੱਕ ਪਾਸੇ ਬਾਦਸ਼ਾਹ ਦੀ ਖੁਸ਼ੀ ਦੀਆਂ ਗੱਲਾਂ ਕਰ ਰਹੇ ਨੇ, ਪਰ ਜਿਹੜਾ ਗੁਰੂ ਦਾ ਪਿਆਰ ਵਾਲਾ ਕਹਿੰਦਾ ਰੱਬ ਤੇਰੇ ਤੇ ਖੁਸ਼ ਹੋਵੇ, ਪਰਮੇਸ਼ਰ ਤੇਰੇ ਤੇ ਦਿਆਲ ਹੋਏ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ। ਇਹ ਗੁਰੂ ਦਿਆਲ ਹੋ ਜੇ ਤੇ ਸ਼ਰਧਾ ਪੂਰੀ ਹੁੰਦੀ ਹੈ, ਦੁੱਖਾਂ ਤੋਂ ਬੰਦਾ ਮੁਕਤ ਹੁੰਦਾ ਹੈ, ਆਨੰਦ ਮਾਣਦਾ ਹੈ। ਪਰ ਉੱਥੇ ਤੋਂ ਕਹਿੰਦੇ ਬਾਦਸ਼ਾਹ ਤੇਰੇ ਤੇ ਖੁਸ਼ ਹੋ ਜਾਵੇ। ਦੁਨਿਆਵੀ ਰਾਜੇ ਦੀ ਗੱਲ ਕਰ ਰਹੇ ਨੇ, ਉਹ ਤੇਰੇ ਤੇ ਖੁਸ਼ ਹੋ ਜਾਏ, ਕਿਉਂਕਿ ਜਿੱਥੋਂ ਤੱਕ ਸੁਰਤ ਜਾਂਦੀ ਹੈ ਉਹਨਾਂ ਉੱਥੋਂ ਤੱਕ ਹੀ ਗੱਲ ਕਰਨੀ ਹੈ। ਪਰ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਨਿਰੰਕਾਰ ਪਰਮੇਸ਼ਰ, ਗੁਰੂ ਨਾਨਕ ਦੇ ਘਰ ਉਹਦੀ ਗੱਲ ਕੀਤੀ ਹੈ, ਤੈਨੂੰ ਸਿਫਤ ਸਲਾਹ ਮਿਲੇ, ਤੈਨੂੰ ਰੱਬ ਚੇਤੇ ਆਵੇ। ਤੇ ਜਿਹਨੂੰ ਰੱਬ ਚੇਤੇ ਆ ਜੇ ਨਾ, ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਸਿਫਤ ਸਲਾਹ ਮਿਲ ਜੇ ਨਾ, ਗੁਰੂ ਕੇ ਘਰ ਤੋਂ ਨਾਮ ਮਿਲ ਜੇ, ਰੱਬ ਦੀ ਬੰਦਗੀ ਮਿਲ ਜੇ, ਉਹ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਰੱਬ ਏਡੀ ਬਖਸ਼ਿਸ਼ ਕਰਦਾ। ਪਰ ਉੱਥੇ ਉਹ ਕਹਿ ਰਿਹਾ ਤੇਰੇ ਤੇ ਬਾਦਸ਼ਾਹ ਖੁਸ਼ ਹੋ ਜਾਵੇ। ਇਦਾਂ ਦੀਆਂ ਅਸੀਸਾਂ ਦੇ ਰਹੇ ਨੇ ਬਾਬਾ ਪ੍ਰਿਥੀ ਚੰਦ। ਕਹਿ ਸੁਲਹੀ ਬੜ ਕਿਰਪਾ ਤੁਮਾਰੀ ਅੱਗੋਂ ਸੁਲਹੀ ਖਾਂ ਕਹਿੰਦਾ ਤੁਹਾਡੀ ਬੜੀ ਮੇਰੇ ਤੇ ਕਿਰਪਾ ਹੋਈ ਹੈ। ਅਬ ਲਾਖਾ ਸਭ ਪੁਰਬ ਹਮਾਰੀ ਕਹਿੰਦੇ ਜਿਹੜੀਆਂ ਵੀ ਤੁਹਾਡੇ ਕਰਕੇ ਮੇਰੀਆਂ ਇੱਛਾਵਾਂ ਸੀ ਪੂਰੀਆਂ ਹੋ ਗਈਆਂ, ਤੇ ਹੁਣ ਵੀ ਜਿਹੜੇ ਤੁਹਾਡੇ ਕਾਰਜ ਨੇ ਆਪਾਂ ਪੂਰੇ ਕਰਾਂਗੇ। ਕਾਰਜ ਤੋਰ ਮੋਰ ਉਰ ਰਹਿ ਕਿ ਜਿਹੜਾ ਤੇਰਾ ਕੰਮ ਸੀ ਮੇਰੇ ਹਿਰਦੇ ਵਿੱਚ ਸੀ ਕਿ ਉਹ ਕੰਮ ਤੇਰਾ ਮੈਂ ਕਰਨਾ ਹੈ। ਕਰੋ ਪੂਰ ਅਬ ਕਹਿ ਜਿਮ ਆਹੈ ਹੁਣ ਜਿਸ ਤਰੀਕੇ ਨਾਲ ਵੀ ਹੋਏਗਾ ਇਹ ਤੇਰਾ ਕੰਮ ਮੈਂ ਸਿਰੇ ਚਾੜਾਂਗਾ। ਇਦਾਂ ਸੁਲੀ ਖਾਂ ਬਾਬਾ ਪ੍ਰਿਥੀ ਚੰਦ ਨੂੰ ਹੌਸਲਾ ਦਿੰਦਾ ਹੈ। ਝਗੜੇ ਪਾਛੇ ਸ਼ੋਰ ਨ ਜਾਊ ਹੁਣ ਮੈਂ ਪਿੱਛੇ ਕੋਈ ਝਗੜਾ ਛੱਡਣ ਵਾਲਾ ਨਹੀਂ। ਮੈਂ ਆਇਓ ਤੁਝ ਗੁਰੂ ਬਣਾਉ ਮੈਂ ਆਇਆ ਹਾਂ ਤੇ ਤੈਨੂੰ ਗੁਰੂ ਬਣਾ ਕੇ ਜਾਵਾਂਗਾ। ਵੇਖੋ ਇੱਕ ਬਾਦਸ਼ਾਹ ਯਤਨ ਕਰ ਰਿਹਾ। ਅੱਜ ਵੀ ਸਰਕਾਰਾਂ ਯਤਨ ਕਰਦੀਆਂ ਨੇ ਕਈ ਵਾਰ ਕਿ ਕੋਈ ਪ੍ਰਬੰਧਕ ਇਹੋ ਜਿਹੇ ਬਣਾ ਦਿੱਤੇ ਜਾਣ, ਕੋਈ ਇਹੋ ਜਿਹੇ। ਪਰ ਗੁਰੂ ਕੀਆਂ ਸੰਗਤਾਂ ਜਦੋਂ ਸੁਚੇਤ ਹੋਣ ਤੇ ਫਿਰ ਸੰਗਤ ਦੇ ਸੁਚੇਤਤਾ ਕਰਕੇ ਝੁਕਣਾ ਵੀ ਪੈਂਦਾ ਹੈ ਵੱਡਿਆਂ। ਉਹ ਇਸ ਵਕਤ ਵੀ ਸਰਕਾਰ ਚਾਹੁੰਦੀ ਹੈ ਕਿ ਗੁਰੂ ਉਹਨਾਂ ਦੇ ਹੱਥ ਟੋਕਾ ਹੋਵੇ, ਤੇ ਬਾਬੇ ਪ੍ਰਿਥੀ ਚੰਦ ਨੂੰ ਗੁਰਗੱਦੀ ਤੇ ਬਿਠਾਉਣਾ ਚਾਹੁੰਦੇ ਹਨ। ਪਰ ਇਹ ਨਹੀਂ ਪਤਾ ਇਹ ਦਾਤ ਇਲਾਹੀ ਹੈ ਜਿਹੜਾ ਨਿਰੰਕਾਰ ਪਰਮੇਸ਼ਰ ਦੇ ਦਰ ਕਰ ਵੱਲੋਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਨਿਰੰਕਾਰ ਪਰਮੇਸ਼ਰ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ। ਸਤਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਇਹ ਤੇ ਦਰਗਾਹੀ ਦਾਤ ਹੈ ਜਿਹਨੂੰ ਮਿਲਣੀ ਹੈ। ਇਹ ਕੋਈ ਦੁਨਿਆਵੀ ਬਾਦਸ਼ਾਹ ਇਹ ਫੈਸਲਾ ਨਹੀਂ ਲੈ ਸਕਦਾ। ਕਿਵੇਂ ਫਿਰ ਇਹ ਸੁਲੀ ਖਾਂ ਉਤਰਦਾ ਹੈ ਕੋਠੇ ਪਿੰਡ, ਤੇ ਉਸ ਥਾਂ ਤੇ ਕਿਵੇਂ ਗੁਰੂ ਸਾਹਿਬ ਦੇ ਬਚਨਾਂ ਦੇ ਸਦਕਾ ਇਹ ਸੁਲੀ ਖਾਂ ਆਪਣੇ ਕਰਮਾਂ ਦੀ ਸਜ਼ਾ ਭੁਗਤਦਿਆਂ ਕਿਵੇਂ ਭੱਠੇ ਵਿੱਚ ਸੜ ਕੇ ਕਿਹੜੇ ਤਰੀਕੇ ਨਾਲ ਇਹਦੀ ਮੌਤ ਹੁੰਦੀ ਹੈ, ਦੋਜ਼ਖ ਦੀ ਅੱਗ ਵਿੱਚ ਸੜਦਾ ਹੈ। ਇਹ ਪ੍ਰਸੰਗ ਆਪਾਂ ਅਗਲੇ ਦੀਵਾਨ ਦੇ ਵਿੱਚ ਕੱਲ ਸਰਵਣ ਕਰਾਂਗੇ। ਸਤਿਗੁਰੂ ਸਭ ਦੀ ਹਾਜ਼ਰੀ ਸੇਵਾਦਾਰ ਤੇ ਪ੍ਰਵਾਨ ਕਰਨ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਇੱਥੇ ਹੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਸਭ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਭੁੱਲ ਚੁੱਕ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਨਾਲ ਸਾਂਝ ਪਾਈਏ ਜੀ। ਕਾਰਜ ਤੋਰ ਓ ਮੋਰ ਉਰ ਰਹਿ ਕਰੋ ਪੂਰ ਅਬ ਕਹਿ ਜਿਮ ਆਹੈ। ਝਗੜੇ ਪਾਛੇ ਸ਼ੋਰ ਨ ਜਾਊ ਮੈਂ ਆਇਓ ਤੁਝ ਗੁਰੂ ਬਣਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।